ਕੀ ਕਾਰਨ ਹੈ ਕਿ ਮਹਿੰਦਰ ਭਗਤ ਜੀ ਨੂੰ ਤੁਸੀਂ ਵੋਟ ਪਾਉਣਾ ਪਸੰਦ ਕਰੋਗੇ? 2017 ਵਿੱਚ ਹਾਰ ਵੀ ਗਿਆ, ਫਿਰ ਵੀ ਉਹ ਚੱਕਰ ਮਾਰਦਾ ਰਿਹਾ। ਜਿਹੜੀ ਕਾਂਗਰਸ ਪਾਰਟੀ ਕਈ ਵਾਰੀ ਆਈ ਤੇ ਕਈ ਵਾਰੀ ਗਈ ਆ। ਇਹਨਾਂ ਨੇ ਕੀਤਾ ਕੱਖ ਨਹੀਂ, ਇੱਕ ਦੂਜੇ ਦੀਆਂ ਲੜਾਈਆਂ ਪਵਾਈਆਂ। ਆਂਟੀ, ਜਲੰਧਰ ਵੈਸਟ ਤੋਂ ਕਿਹੜੇ ਉਮੀਦਵਾਰ ਨੂੰ ਜਿਤਾਉਣਾ ਚਾਹੋਗੇ? ਮਹਿੰਦਰ ਭਗਤ ਨੂੰ। ਮਹਿੰਦਰ ਭਗਤ ਜੀ ਨੇ ਬੀਜੇਪੀ। ਆਪਣੇ ਭਗਤ ਚੁਨੀ ਲਾਲ ਜੀ, ਉਹਨਾਂ ਦੇ ਬੇਟੇ ਹੈਗੇ ਮਹਿੰਦਰ ਭਗਤ। ਬੀਜੇਪੀ ਨੂੰ। ਇਸ ਵਾਰ ਤੇ ਮਹਿੰਦਰ ਭਗਤ ਜੀ ਨੇ ਆਪਣੇ ਬੀਜੇਪੀ ਤੋਂ ਉਹਨਾਂ ਨੂੰ ਵੀ ਕਰਨਾ ਕਿ ਉਹਨਾਂ ਕੀ ਕਾਰਨ ਹੈ ਕਿ ਮਹਿੰਦਰ ਭਗਤ ਜੀ ਨੂੰ ਪਸੰਦ ਕਰੋਗੇ ਵੋਟ ਪਾਉਣਾ? ਇਹ ਸਾਡਾ ਆਪਣਾ ਭਗਤ ਭਰਾ ਹੈ, ਸਾਡੇ ਕੰਮ ਸਵਾਰਦੇ ਨੇ। ਇਸ ਵਾਰ ਪੱਕੀ ਮੋਹਰ ਤੁਹਾਡੀ ਪੰਜੇ ਤੇ ਲੱਗੀ। ਪੰਜੇ ਤੇ ਨਹੀਂ, ਫੁੱਲ ਤੇ ਲੱਗਣੀਆਂ। ਫੁੱਲ ਤੇ ਲਾਣੀ, ਫੁੱਲ ਤੇ। ਪੰਜਾ ਮਿੰਨਾ ਕੋਈ ਨਹੀਂ, ਝਾੜੂ ਝੂੜੂ ਕੋਈ ਨਹੀਂ, ਸਾਰੇ ਫੁੱਲ ਦੇ ਮੋਰੇ ਲੱਗਣੇ। ਫੁੱਲ ਤੇ ਜਾਣ ਹਾਂ, ਫੁੱਲ ਜਿੰਦਾਬਾਦ, ਭਗਤ ਚੂਨੀ ਲਾਲ ਜਿੰਦਾਬਾਦ। ਹਾਂ। ਜਦੋਂ ਵਿਧਵਾ ਜਨਾਨੀਆਂ ਨੂੰ ਸਾਡੇ ਨਹੀਂ ਬੰਦੇ ਹੈਗੇ, ਅਸੀਂ ਜਦੋਂ ਮਰਜ਼ੀ ਤੇ ਕੋਲੋਂ ਮਰਜ਼ੀ ਮੰਗ ਕੇ ਖਾ ਲਈਏ। ਇਸ ਵਾਰ ਤੁਹਾਡੀ ਪੱਕੀ ਮੋਹਰ ਜਿਹੜੀ ਹੈ ਫੁੱਲ ਦੇ ਨਿਸ਼ਾਨ ਉੱਤੇ ਲੱਗੇਗੀ। ਬਿਲਕੁਲ, ਮੇਰੇ ਪੂਰੇ ਪਰਿਵਾਰ ਦੀ ਵੀ ਲੱਗੇਗੀ, ਮੇਰੀ ਵੀ ਲੱਗੇਗੀ। ਨਹੀਂ, ਮੇਰੀ ਨਹੀਂ, ਸਾਰਿਆਂ ਦੀ, ਸਾਰੇ ਕੈਂਪ ਦੀ ਮੇਰੇ ਹਿਸਾਬ ਨਾਲ ਪੱਕੀ ਫੁੱਲ ਤੇ ਹੋਏਗੀ। ਸੋ ਬ੍ਰੇਕਿੰਗ ਨਿਊਜ਼ 18 ਲਾਈਵ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦਾ ਜੀ। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਸੁਸ਼ੀਲ। ਵਿਧਾਨ ਸਭਾ ਚੋਣਾਂ 2022 ਦੀਆਂ ਜਿਵੇਂ ਨੇੜੇ ਆਉਂਦੀਆਂ ਜਾ ਰਹੀਆਂ ਨੇ, ਵੱਖ-ਵੱਖ ਪਾਰਟੀਆਂ ਆਪੋ ਆਪਣੇ ਦਾਅਵੇ ਜਿਹੜੇ ਪੇਸ਼ ਕਰਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ। ਸੋ ਜਲੰਧਰ ਨਾਰਥ ਦੇ ਵਿੱਚ ਅਸੀਂ ਲੋਕਾਂ ਨਾਲ ਪਹਿਲਾਂ ਗੱਲਬਾਤ ਕੀਤੀ ਸੀ ਤੇ ਪੁੱਛਿਆ ਸੀ ਕਿ ਉਹ ਕਿਹੜੀ ਪਾਰਟੀ ਨੂੰ ਸੱਤਾ ਦੇ ਵਿੱਚ ਲੈ ਕੇ ਆਉਣਾ ਚਾਹੁੰਦੇ ਨੇ। ਇਸ ਟਾਈਮ ਅਸੀਂ ਮੌਜੂਦ ਹਾਂ ਜਲੰਧਰ ਵੈਸਟ ਦੇ ਇਲਾਕੇ ਦੇ ਵਿੱਚ। ਸੋ ਲੋਕਾਂ ਨਾਲ ਗੱਲਬਾਤ ਕਰਕੇ ਜਾਣਾਂਗੇ ਕਿ ਉਹ ਕਿਹੜੀ ਪਾਰਟੀ ਨੂੰ ਸੱਤਾ ਦੇ ਵਿੱਚ ਲੈ ਕੇ ਆਉਣਾ ਚਾਹੁੰਦੇ ਨੇ, ਕਿਉਂਕਿ ਜਿਹੜੀ ਚੁਣਾਵ ਦੀ ਤਿਥੀ ਹੈ ਉਹ ਨਜ਼ਦੀਕ ਆਉਂਦੀ ਜਾ ਰਹੀ ਹੈ। ਸੋ ਲੋਕਾਂ ਦੇ ਰਿਵਿਊ ਜਿਹੜੇ ਲੈਣ ਲਈ ਅੱਜ ਅਸੀਂ ਜਲੰਧਰ ਵੈਸਟ ਏਰੀਆ ਦੇ ਵਿੱਚ ਪਹੁੰਚੇ ਹਾਂ। 20 ਤਰੀਕ ਨੂੰ ਚੁਣਾਵ ਹੋਣਗੇ, 10 ਮਾਰਚ ਨੂੰ ਰਿਜ਼ਲਟ ਆਵੇਗਾ। ਸੋ ਆਓ ਜੀ ਜਲੰਧਰ ਵੈਸਟ ਦੇ ਲੋਕਾਂ ਦੇ ਕੋਲ ਲੈ ਕੇ ਚੱਲਦੇ ਹਾਂ ਤੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਪੁੱਛਦੇ ਹਾਂ ਕਿ ਉਹ ਕਿਹੜੀ ਪਾਰਟੀ ਨੂੰ ਸੱਤਾ ਦੇ ਵਿੱਚ ਦੇਖਣਾ ਪਸੰਦ ਕਰਨਗੇ। ਵਿਧਾਨ ਸਭਾ 2022 ਦੀਆਂ ਚੋਣਾਂ ਜਿਹੜੀਆਂ ਨੇ ਨਜ਼ਦੀਕ ਨੇ, ਕਿਹੜੀ ਪਾਰਟੀ ਨੂੰ ਵੋਟ ਪਾਉਣਾ ਪਸੰਦ ਕਰੋਗੇ? ਮਹਿੰਦਰ ਭਗਤ ਨੂੰ। ਕੀ ਕਾਰਨ ਹੈ ਕਿ ਮਹਿੰਦਰ ਭਗਤ ਜੀ ਨੂੰ ਤੁਸੀਂ ਵੋਟ ਪਾਉਣਾ ਪਸੰਦ ਕਰੋਗੇ? 2017 ਵਿੱਚ ਹਾਰ ਵੀ ਗਿਆ, ਫਿਰ ਵੀ ਉਹ ਚੱਕਰ ਮਾਰਦਾ ਰਿਹਾ। ਤੁਹਾਨੂੰ ਲੱਗਦਾ ਕਿ ਲੋਕਾਂ ਨੂੰ ਉਹ ਮਿਲਦੇ ਰਹੇ ਨੇ ਬਾਰ-ਬਾਰ? ਹਾਂ, ਰੋਜ਼ ਹੀ ਮਿਲਦੇ ਰਹੇ, ਆਂਦੇ ਰਹੇ, ਚੱਕਰ ਮਾਰਦੇ ਰਹੇ ਕਦੀ-ਕਦੀ। ਇਸ ਵਾਰ ਪੱਕੀ ਮੋਹਰ ਫੁੱਲ ਦੇ ਉੱਤੇ ਲੱਗੇਗੀ। ਹਾਂਜੀ ਅੰਕਲ, 2022 ਦੇ ਚੁਣਾਵ ਬਹੁਤ ਨਜ਼ਦੀਕ ਨੇ, ਕਿਹੜੀ ਪਾਰਟੀ ਨੂੰ ਵੋਟ ਪਾਉਣਾ ਪਸੰਦ ਕਰੋਗੇ? ਚੂਨੀ ਲਾਲ ਭਗਤ। ਕੀ ਕਾਰਨ ਹੈ ਕਿ ਭਗਤ ਚੂਨੀ ਲਾਲ ਜੀ ਨੂੰ ਵੋਟ ਪਾਉਣਾ ਪਸੰਦ ਚੂਨੀ ਕਰੋਗੇ? ਲਾਲ ਨੇ ਅੱਗੇ ਵੀ ਸਾਡਾ ਸਮੱਸਿਆ ਹੱਲ ਕੀਤੀਆਂ ਤਾਂ ਹੁਣ ਵੀ ਕਰਨਗੇ। ਜਿਹੜੀ ਕਾਂਗਰਸ ਪਾਰਟੀ ਕਈ ਵਾਰੀ ਆਈ ਤੇ ਕਈ ਵਾਰੀ ਗਈ ਆ। ਇਹਨਾਂ ਨੇ ਕੀਤਾ ਕੱਖ ਨਹੀਂ, ਇੱਕ ਦੂਜੇ ਦੀਆਂ ਲੜਾਈਆਂ ਪਵਾਈਆਂ। ਆਪਾਂ ਮਹਿੰਦਰ ਭਗਤ ਨੂੰ ਤਨ ਮਨ ਨਾਲ ਅੱਗੇ ਵੀ ਕਿਹਾ ਸੀ, ਅੱਗੇ ਹੁਣ ਵੀ ਵੋਟ ਪਾਉਣ ਨੂੰ ਪਾਉਣੀ ਹੈ ਤੇ ਅੱਗੇ ਵੀ ਪਾਉਂਦੇ ਰਵਾਂਗੇ। ਐਕਾ ਰਲ ਮਿਲ ਕੇ ਸਭ ਨੇ ਉਹਨੂੰ ਜਿਤਾਉਣਾ ਆ। ਠੀਕ ਆ ਜੀ। ਬਾਕੀ ਦੂਸਰੀ ਗੱਲ ਰਹਿ ਗਈ, ਸਮੱਸਿਆ ਤੇ ਹੁੰਦੀਆਂ ਹੀ ਰਹਿਣੀਆਂ ਹੱਲ। ਤੇ ਤੁਸੀਂ ਮੇਨ ਖਾਸ ਕਰਕੇ ਵੋਟਾਂ ਜਿਹੜੀਆਂ ਚੂਨੀ ਲਾਲ ਭਗਤ ਨੂੰ ਪਾਓ ਤੇ ਮਹਿੰਦਰਪਾਲ ਨੂੰ ਕਾਮਯਾਬ ਬਣਾਓ। ਇਸ ਵਾਰ ਪੱਕੀ ਮੋਹਰ ਫੁੱਲ ਦੇ ਉੱਤੇ ਲੱਗੇਗੀ। ਫੁੱਲ ਦੇ ਉੱਤੇ ਲਾਓ ਜੀ ਮੋਹਰ। ਮੈਂ ਸਭ ਨੂੰ ਇਹੋ ਕਹਾਂਗਾ, ਮੋਹਰ ਫੁੱਲ ਤੇ ਲਾਓ। ਤੇ ਅੱਗੇ ਵੀ ਉਹਨੇ ਰਾਸ਼ਨ ਤੁਹਾਨੂੰ ਦਿੱਤਾ 4 ਰੁਪਏ ਕਿਲੋ ਆਟਾ, ਤੇ ਹੁਣ 2 ਰੁਪਏ ਕਿਲੋ ਦੇ ਕਰੇਗਾ। 2022 ਦੀਆਂ ਵਿਧਾਨ ਸਭਾ ਚੋਣਾਂ ਬਹੁਤ ਹੀ ਨਜ਼ਦੀਕ ਆਉਂਦੀਆਂ ਜਾ ਰਹੀਆਂ ਨੇ। ਕਿਹੜੀ ਪਾਰਟੀ ਨੂੰ ਜਲੰਧਰ ਵੈਸਟ ਤੋਂ ਜਿਤਾਓਗੇ? ਕਿਹੜੀ ਪਾਰਟੀ ਨੂੰ ਵੋਟ ਪਾਓਗੇ? ਅਸੀਂ ਮਹਿੰਦਰਪਾਲ ਨੂੰ ਪਾਵਾਂਗੇ ਵੋਟ। ਔਰ ਸਾਡੀ ਵੋਟ ਹੀ ਇੱਧਰ ਸਾਡੇ ਸਾਰੇ ਕੰਮ ਹੀ ਉਹਨੇ ਸਵਾਰੇ। ਤੁਹਾਨੂੰ ਲੱਗਦਾ ਕਿ 2017 ਦੇ ਵਿੱਚ ਉਹ ਚੁਣਾਵ ਹਾਰ ਗਏ ਸਨ ਥੋੜੀਆਂ ਵੋਟਾਂ ਤੋਂ, ਇਸ ਵਾਰ ਉਹ ਚੁਣਾਵ ਵੱਡੀ ਲੀਡ ਨਾਲ ਜਿੱਤ ਸਕਦੇ ਨੇ? ਜਿੱਤ ਸਕਦੇ ਨੇ ਇਸ ਵਕਤ। 2000 ਲੋਕਾਂ ਦਾ ਇਹ ਕਹਿਣਾ ਕਿ 2017 ਤੋਂ ਹਾਰ ਮਿਲਣ ਤੋਂ ਬਾਅਦ ਵੀ ਲੋਕਾਂ ਦੇ ਉਹ ਕੰਮ ਕਰਵਾਉਂਦੇ ਨੇ। ਉਹ ਕੰਮ ਉਹ ਕਰਾਉਂਦੇ ਹੀ ਰਹੇ ਨੇ, ਕੰਮ ਉਹਨਾਂ ਕੋਲ ਹੀ ਲਿਆ। ਹਰ ਕੰਮ, ਵਿਆਹ ਸ਼ਾਦੀ ਦਾ ਵੀ ਕੰਮ ਜਿਹੜਾ ਨੂੰ ਉਹਨਾਂ ਕੋਲ ਹੀ ਲਿਆ। ਇਸ ਵਾਰ ਪੱਕੀ ਮੋਹਰ ਫੁੱਲ ਦੇ ਉੱਤੇ ਲੱਗੇਗੀ। ਪੱਕੀ ਮੋਹਰ ਫੁੱਲ ਦੇ ਉੱਤੇ। ਆਂਟੀ, ਜਲੰਧਰ ਵੈਸਟ ਤੋਂ ਕਿਹੜੇ ਉਮੀਦਵਾਰ ਨੂੰ ਜਿਤਾਉਣਾ ਚਾਹੋਗੇ? ਮਹਿੰਦਰ ਭਗਤ ਨੂੰ। ਕੀ ਕਾਰਨ ਹੈ ਕਿ ਮਹਿੰਦਰ ਭਗਤ ਜੀ ਨੂੰ ਜਿਤਾਉਣਾ ਚਾਹੋਗੇ? ਕਿ ਇਹਨੇ ਬਹੁਤ ਕੰਮ ਸਵਾਰੇ ਨੇ, ਇਸ ਕਰਕੇ ਅਸੀਂ ਉਹਨਾਂ ਨੂੰ ਵੋਟ ਪਾਉਣਾ ਚਾਹੁੰਦੇ ਹਾਂ। 2017 ਦੇ ਵਿੱਚ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਉਸ ਤੋਂ ਬਾਅਦ ਜਲੰਧਰ ਵੈਸਟ ਤੇ ਕੰਮ ਕਰਦੇ ਨਜ਼ਰ ਆਏ ਨੇ ਉਹ। ਹਾਂਜੀ ਇਸ ਵਾਰ ਪੱਕੀ ਮੋਹਰ ਫੁੱਲ ਦੇ ਉੱਤੇ ਲੱਗੇਗੀ। ਹਾਂਜੀ। ਭਾਜੀ, 2022 ਦੇ ਵਿਧਾਨ ਸਭਾ ਚੋਣਾਂ ਜਿਹੜੀਆਂ ਬਹੁਤ ਹੀ ਨਜ਼ਦੀਕ ਆਉਂਦੀਆਂ ਜਾ ਰਹੀਆਂ ਨੇ, ਕਿਹੜੀ ਪਾਰਟੀ ਨੂੰ ਜਲੰਧਰ ਵੈਸਟ ਤੋਂ ਜਿਤਾਉਣਾ ਚਾਹੋਗੇ? ਮਹਿੰਦਰ ਭਗਤ ਜੀ ਨੇ ਬੀਜੇਪੀ। ਕੀ ਕਾਰਨ ਹੈ ਕਿ ਮਹਿੰਦਰ ਭਗਤ ਜੀ ਨੂੰ ਵੋਟ ਪਾਉਣਾ ਪਸੰਦ ਕਰਦੇ ਹੋ? ਉਹਨਾਂ ਨੇ ਬਥੇਰੇ ਪਹਿਲਾਂ ਕੰਮ ਕੀਤੇ ਆ। ਉਹਨਾਂ ਦੇ ਜਿਹੜੇ ਪਿਤਾ ਜੀ ਹੈ ਉਹਨਾਂ ਨੇ ਵੀ ਬਥੇਰੇ ਕੰਮ ਕੀਤੇ ਸੀਗੇ ਤੇ ਅਸੀਂ ਜਦੋਂ ਦੇਖੇ ਆ ਵਾਲੇ ਕੰਮ ਉਹਨਾਂ ਨੇ ਕੀਤੇ ਆ। ਤੇ ਜਿਹੜੀ ਕਾਂਗਰਸ ਵਾਲੇ ਆ ਉਹਨਾਂ ਨੇ ਆਪਾਂ ਤਾਂ ਕਦੀ ਜਦੋਂ ਰਿੰਕੂ ਜਿੱਤੇ ਆ ਉਹਨਾਂ ਨੇ ਆਪਾਂ ਕਦੀ ਦੇਖਿਆ ਨਹੀਂ ਕੈਂਪ ਦੇ ਵਿੱਚ ਕਿਹੜੇ ਕੰਮ ਕੀਤੇ ਕਿਹੜੇ ਨਹੀਂ ਕੀਤੇ, ਉਹ ਕਦੀ ਸਾਨੂੰ ਦਿਖੇ ਨਹੀਂ ਹੈਗੇ।
ਜਿਹੜੀ ਬੀਜੇਪੀ ਵਾਲੀ ਪਾਰਟੀ ਵਾਲਿਆਂ ਨੇ ਜਿਹੜੇ ਕੰਮ ਕੀਤੇ ਆ ਉਹ ਸਾਨੂੰ ਲੱਭਦੇ ਆ। ਤੁਹਾਨੂੰ ਲੱਗਦਾ ਹੈ 117 ਸੀਟਾਂ ਦੇ ਵਿੱਚੋਂ ਬੀਜੇਪੀ ਪਾਰਟੀ ਕਿੰਨੀਆਂ ਸੀਟਾਂ ਪੰਜਾਬ ਦੇ ਵਿੱਚੋਂ ਲੈ ਕੇ ਜਾ ਸਕਦੀ ਹੈ? ਦੇਖੋ ਕਾਫੀ ਲੈ ਜਾਣਗੇ ਇਸ ਵਾਰੀ। ਤੁਹਾਡੀ ਇਸ ਵਾਰ ਪੱਕੀ ਵੋਟ ਫੁੱਲ ਦੇ ਉੱਤੇ ਲੱਗੇਗੀ? ਮੈਂ ਜਾਊਂਦਾ ਮੇਰੀ ਬਣੀ ਮੈਂ ਫੁੱਲ ਤੇ ਹੀ ਪਾਣਾ ਵਾ। 2022 ਦੀਆਂ ਵਿਧਾਨ ਸਭਾ ਚੋਣਾਂ ਬਹੁਤ ਹੀ ਨਜ਼ਦੀਕ ਆਉਂਦੀਆਂ ਜਾ ਰਹੀਆਂ ਨੇ। ਕਿਹੜੀ ਪਾਰਟੀ ਨੂੰ ਜਲੰਧਰ ਵੈਸਟ ਤੋਂ ਜਿਤਾਉਣਾ ਚਾਹੋਗੇ? ਕਿਹੜੇ ਉਮੀਦਵਾਰ ਦੀ ਤੁਸੀਂ ਪਾਰਟੀ ਨੂੰ ਪਸੰਦ ਕਰਦੇ ਹੋ? ਕਿਹਨੂੰ ਵੋਟ ਪਾਉਣਾ ਪਸੰਦ ਕਰਦੇ ਹੋ? ਆਪਣੇ ਭਗਤ ਚੁਨੀ ਲਾਲ ਜੀ, ਉਹਨਾਂ ਦੇ ਬੇਟੇ ਹੈਗੇ ਮਹਿੰਦਰ ਭਗਤ। ਤੁਹਾਨੂੰ ਲੱਗਦਾ ਹੈ ਕਿ ਮਹਿੰਦਰ ਭਗਤ ਜੀ ਇਸ ਵਾਰ ਕਾਮਯਾਬ ਹੋ ਸਕਣਗੇ? ਪੱਕਾ ਜੀ, ਪੱਕਾ ਸ਼ੋਰ ਹੈ। 2017 ਦੇ ਵਿੱਚ ਉਹ ਚੁਣਾਵ ਹਾਰ ਗਏ ਸਨ, ਲੇਕਿਨ ਲੋਕਾਂ ਦਾ ਇਹ ਕਹਿਣਾ ਹੈ ਕਿ ਜਲੰਧਰ ਵੈਸਟ ਦੇ ਲੋਕਾਂ ਦਾ ਇਹ ਕਹਿਣਾ ਹੈ ਕਿ ਲਗਾਤਾਰ ਉਹ ਫਿਰ ਵੀ ਕੰਮ ਕਰਵਾਉਂਦੇ ਹੋਏ ਨਜ਼ਰ ਆਏ ਨੇ। ਤੁਹਾਨੂੰ ਲੱਗਦਾ ਹੈ ਕਿ ਉਹ ਇਸੇ ਤਰੀਕੇ ਦੇ ਨਾਲ ਜਦੋਂ ਜਿੱਤ ਜਾਂਦੇ ਨੇ, ਜੇ ਮੰਨ ਲਓ ਜੋ ਜਿੱਤ ਜਾਂਦੇ ਨੇ ਤਾਂ ਇਸ ਤਰੀਕੇ ਦੇ ਕੰਮ ਜਿਹੜੇ ਨੇ ਕਰਵਾ ਸਕਦੇ ਨੇ? ਹਾਂ, ਸਾਰੇ ਕੰਮ ਉਹਨਾਂ ਦੇ ਕੀਤੇ ਹੋਏ ਨੇ ਇੱਥੇ। 2022 ਦੇ ਚੁਣਾਵ ਜਿਹੜੇ ਨੇ ਨਜ਼ਦੀਕ ਆਉਂਦੇ ਜਾ ਰਹੇ ਨੇ, ਕਿਹੜੀ ਪਾਰਟੀ ਨੂੰ ਵੋਟ ਪਾਉਣਾ ਪਸੰਦ ਕਰੋਗੇ? ਇਹ ਬੀਜੇਪੀ ਨੂੰ। ਕੀ ਕਾਰਨ ਹੈ ਜੀ ਮਹਿੰਦਰ ਭਗਤ ਜੀ ਨੂੰ ਵੋਟ ਪਾਉਣਾ ਪਸੰਦ ਕਰੋਗੇ? ਤੇ ਕੰਮਕਾਜ ਕਰਦੇ ਆ, ਪਿਛਲੇ ਜਿੱਦਾਂ ਪਹਿਲਾਂ ਰਹੇ ਸੀ ਬਹੁਤ ਕੰਮਕਾਜ ਕੀਤੇ ਉਹਨਾਂ ਨੇ, ਠੀਕ ਆ ਜੀ। ਪਾਰਕ ਵਗੈਰਾ ਸਹੂਲਤਾਂ ਬਹੁਤ ਵਧੀਆ ਸੀ ਉਹਨਾਂ ਦੇ ਰਾਜ 'ਚ। ਇਹਨਾਂ ਨੇ ਰਾਜ ਕਾਂਗਰਸ 'ਚ ਰਾਜ 'ਚ ਕੁਝ ਵੀ ਨਹੀਂ ਮਿਲਿਆ। ਇਹ ਚੱਕਰ ਗਰਾਊਂਡ ਦੇਖਿਓ ਜਾ ਕੇ, ਗਰਾਊਂਡ ਦੀ ਪਹਿਲਾਂ ਕਦਾ ਵਧੀਆ ਹੀ ਗਰਾਊਂਡ ਬਣਾਉਂਦੇ ਵੀ, ਸੜਕਾਂ ਵੀ ਸਹੀ ਸੀ। ਬਿਜਲੀ ਤਾਰਾਂ ਦੇਖੋ ਸਾਹਮਣੇ ਤੁਹਾਡੇ, ਤਾਰਾਂ ਨਹੀਂ ਸੈੱਟ ਕੀਤੇ ਕਰਾਈਆਂ ਅਜੇ ਤੱਕ ਇਹਨਾਂ ਨੇ। ਇਹ ਚੱਕਰ ਇਸ ਵਾਰ ਪੱਕੀ ਮੋਹਰ ਜਿਹੜੀ ਹੈ ਫੁੱਲ ਦੇ ਉੱਤੇ ਲੱਗੇਗੀ? ਜ਼ਰੂਰ ਬੀਜੇਪੀ ਨੂੰ, ਸਾਡੇ ਮਹਿੰਦਰ ਭਗਤ ਜੀ ਨੂੰ ਵੋਟ ਪਾਣੀ ਆਪਾਂ ਬੀਜੇਪੀ। ਭਾਜੀ, ਵਿਧਾਨ ਸਭਾ ਚੋਣਾਂ 2022 ਦੀਆਂ ਨੇੜੇ ਆਉਂਦੀਆਂ ਜਾ ਰਹੀਆਂ ਨੇ। ਜਲੰਧਰ ਵੈਸਟ ਤੋਂ ਕਾਫੀ ਸਾਰੇ ਉਮੀਦਵਾਰ ਜਿਹੜੇ ਨੇ ਖੜੇ ਨੇ ਵੋਟਾਂ ਦੇ ਉੱਤੇ। ਮਹਿੰਦਰ ਭਗਤ ਜੀ ਵੀ ਇੱਥੋਂ ਦਾਅਵੇਦਾਰ ਨੇ, ਸੁਸ਼ੀਲ ਰਿੰਕੂ ਜੀ ਵੀ ਦਾਅਵੇਦਾਰ ਨੇ, ਸ਼ੀਤਲ ਉਂਗਰਾਲ ਜੀ ਵੀ ਦਾਅਵੇਦਾਰ ਨੇ, ਅਨਿਲ ਮੀਣੀਆ ਜੀ ਵੀ ਦਾਅਵੇਦਾਰ ਨੇ। ਤੁਸੀਂ ਕਿਸ ਕੈਂਡੀਡੇਟ ਨੂੰ ਇਸ ਵਾਰ ਵੋਟ ਪਾਉਣਾ ਪਸੰਦ ਕਰੋਗੇ? ਇਸ ਵਾਰ ਤੇ ਮਹਿੰਦਰ ਭਗਤ ਜੀ ਨੇ ਆਪਣੇ ਬੀਜੇਪੀ ਤੋਂ, ਉਹਨਾਂ ਨੂੰ ਹੀ ਕਰਨਾ ਕਿ ਉਹਨਾਂ ਨੇ ਬਹੁਤ ਜ਼ਿਆਦਾ ਵਿਕਾਸ ਕੀਤਾ ਵਾ। ਜੋ ਗਲੀਆਂ ਸੁਣਦੇ ਬਹੁਤ ਵਧੀਆ ਉਹਨਾਂ ਨੇ ਸੁਣ ਲੈਂਦੇ ਨੇ। ਬਾਕੀ ਕੀ ਲਗਾ ਲਈਏ ਕੋਈ ਵੀ ਹੈਗਾ ਵਾ, ਕੁਛ ਨਹੀਂ, ਤਾਰਾ ਤੁਰਾ ਕੁਛ ਵੀ ਨਹੀਂ ਹੋਇਆ। 5 ਸਾਲ ਹੋ ਗਏ ਨੇ ਆਉਂਦੇ, ਜੂਨ ਦੀ ਕਾਂਗਰਸ ਆਈ ਹੈ, ਕੋਈ ਕੰਮ ਨਹੀਂ ਹੋਏ। ਇਹ ਬਹੁਤ ਵਧੀਆ ਹੈਗੇ ਨੇ, ਜਦੋਂ ਜਾਓ ਉਦੋਂ ਕਾਰਵਾਈ ਹੋ ਜਾਂਦੀ ਹੈ, ਸੁਣਵਾਈ ਹੋ ਜਾਂਦੀ ਹੈ। ਇਸ ਲਈ ਬੀਜੇਪੀ, ਜਿੰਨਾ ਮੁਹੱਲਾ ਵਾ ਸਾਡਾ, ਜਿੰਨਾ ਏਰੀਆ ਵਾ, ਸਾਰਾ ਬੀਜੇਪੀ ਮਹਿੰਦਰ ਜੀ ਨੂੰ ਹੈਗੀ ਵੋਟ ਉਹਨਾਂ ਦੀ। 2017 ਦੀ ਗੱਲ ਕਰੀਏ, ਥੋੜੇ ਜਿਹੀਆਂ ਵੋਟਾਂ ਤੋਂ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਪਰ ਲੋਕੀ ਕਹਿ ਰਹੇ ਨੇ ਕਿ ਉਸ ਤੋਂ ਬਾਅਦ ਵੀ ਉਹ ਲਗਾਤਾਰ ਜਿਹੜਾ ਇਹ ਜਲੰਧਰ ਵੈਸਟ ਦੇ ਵਿੱਚ ਕੰਮ ਕਰਦੇ ਹੋਏ ਦਿਖਾਈ ਦੇ ਰਹੇ ਨੇ, ਹਾਰਨ ਤੋਂ ਬਾਅਦ ਵੀ। ਤੁਹਾਨੂੰ ਲੱਗਦਾ ਹੈ ਕਿ ਉਹ ਜੇ ਜਿੱਤ ਜਾਂਦੇ ਨੇ ਤਾਂ ਇਸ ਵਾਰ ਜਿਹੜੇ ਕੰਮ ਹੋਣਗੇ? ਹਾਂਜੀ, ਜ਼ਰੂਰ ਹੋਣਗੇ, ਕਿਉਂਕਿ ਪਿਛਲੀ ਵਾਰ ਵੀ ਉਹਨਾਂ ਦੇ ਆਪਣੇ ਕੁਝ ਬੰਦੇ ਸੀਗਾ, ਉਹਨਾਂ ਦੀ ਸ਼ਰਾਰਤ ਦੇ ਕਾਰਨ ਥੋੜਾ ਜਿਹਾ ਉਹਨਾਂ ਦੀ ਵੋਟਾਂ ਟੁੱਟੀਆਂ ਗਈਆਂ ਨੇ। ਤੇ ਪਿਛਲੀ ਵਾਰ ਵੀ ਉਹ ਪੱਕੇ ਸੀਗਾ, ਜਿੱਤ ਉਹਨਾਂ ਦੀ ਹੈਗੀ ਸੀ। ਪਰ ਐਤਕੀ ਤੇ ਡੈਫੀਨੇਟ ਹੋਣਾ ਹੀ, ਉਹਨਾਂ ਦੀ ਜਿੱਤ ਪੱਕੀ ਹੈ ਜੀ। ਇਸ ਵਾਰ ਪੱਕੀ ਮੋਹਰ ਫੁੱਲ ਦੇ ਨਿਸ਼ਾਨ ਉੱਤੇ ਲੱਗੇਗੀ? ਹਾਂਜੀ ਹਾਂਜੀ, ਪੱਕੀ। ਐਤਕੀ ਉਹਨਾਂ ਦਾ ਹੀ ਹੈ, ਉਹਨਾਂ ਦੇ ਬੋਲਬਾਲਾ ਹੈ, ਤਾਂ ਉਹੀ ਹੋਣਗੇ ਜੀ। ਜਿਵੇਂ ਜਿਵੇਂ ਵਿਧਾਨ ਸਭਾ ਚੋਣਾਂ ਨਜ਼ਦੀਕ ਆਉਂਦੀਆਂ ਜਾ ਰਹੀਆਂ ਨੇ, ਮਾਹੌਲ ਜਿਹੜਾ ਗਰਮਾਉਂਦਾ ਹੋਇਆ ਨਜ਼ਰ ਆ ਰਿਹਾ। ਜਲੰਧਰ ਵੈਸਟ ਤੋਂ ਕਿਹੜੇ ਕੈਂਡੀਡੇਟ ਨੂੰ ਵੋਟ ਪਾਉਣਾ ਪਸੰਦ ਕਰੋਗੇ? ਮਹਿੰਦਰ ਭਗਤ। ਕੀ ਕਾਰਨ ਹੈ ਕਿ ਮਹਿੰਦਰ ਭਗਤ ਜੀ ਨੂੰ ਪਸੰਦ ਕਰੋਗੇ ਵੋਟ ਪਾਉਣਾ? ਇਹ ਸਾਡਾ ਆਪਣਾ ਭਗਤ ਭਰਾ ਹੈ, ਸਾਡੇ ਕੰਮ ਸਵਾਰਦੇ ਨੇ, ਇਹਨਾਂ ਨੂੰ ਪਾਵਾਂਗੇ। ਦੱਸ ਸਕਦੇ ਹੋ ਕਿ ਹੋਰ ਮਹਿੰਦਰ ਭਗਤ ਜੀ ਵੱਲੋਂ ਕਿਹੜੇ-ਕਿਹੜੇ ਕੰਮ ਕਰਵਾਏ ਗਏ ਨੇ? 2017 ਦੀ ਜੇ ਗੱਲ ਕਰੀਏ ਤੇ ਉਹ ਚੁਣਾਵ ਜਿਹੜੇ ਸੀ ਹਾਰ ਗਏ ਸਨ ਥੋੜੀਆਂ ਵੋਟਾਂ ਤੋਂ, ਤਾਂ ਉਸ ਤੋਂ ਬਾਅਦ ਵੀ ਲੋਕੀ ਜਿਹੜੇ ਨੇ ਭਾਰਗੋ ਕੈਂਪ ਦੇ ਦੱਸ ਰਹੇ ਨੇ ਕਿ ਉਹ ਲੋਕਾਂ ਦੇ ਫਿਰ ਵੀ ਕੰਮ ਕਰਵਾਉਂਦੇ ਰਹੇ ਨੇ। ਤੁਹਾਨੂੰ ਲੱਗਦਾ ਹੈ ਕਿ ਉਹ ਲੋਕਾਂ ਦੇ ਫਿਰ ਵੀ ਕੰਮ ਕਰਵਾਉਣ ਆਉਂਦੇ ਰਹੇ ਨੇ? ਹਾਂਜੀ, ਕਰਵਾਉਂਦੇ ਨੇ। ਕੋਈ ਨਾਮ ਕਰੇ ਕਿਸੇ ਦਾ, ਕੋਈ ਨਾ ਕਰੇ, ਜਿਹਨਾਂ ਦੀ ਆਪਣੀ ਡਿਊਟੀ ਹੈਗੀ ਉਹ ਤੇ ਕਰਦੇ ਹੀ ਨੇ ਨਾ। ਫਿਰ ਦੁੱਖ ਸੁੱਖ 'ਚ ਸ਼ਾਮਲ ਹੁੰਦੇ ਨੇ, ਮਾੜੇ ਬੰਦਿਆਂ ਦੀ ਸੁਣਦੇ ਨੇ। ਹੋਰ ਸਾਨੂੰ ਕੀ ਚਾਹੀਦਾ? ਇਸ ਵਾਰ ਪੱਕੀ ਮੋਹਰ ਫੁੱਲ ਦੇ ਨਿਸ਼ਾਨ ਉੱਤੇ ਲੱਗੇਗੀ? ਕਰੀਬ ਮੈਂ ਸ਼ੁਰੂ ਤੋਂ ਹੀ ਉਹਨਾਂ ਨੂੰ ਪਾਈ ਹੈ। ਮੇਰੀ ਅੱਜ ਤੱਕ ਵੋਟ ਕਿਸੇ ਨੂੰ ਹੋਰ ਨੂੰ ਨਹੀਂ ਗਈ, ਮੈਂ ਫੁੱਲ ਨੂੰ ਹੀ ਪਾਈ ਹੈ ਸ਼ੁਰੂ ਤੋਂ, ਹੁਣ ਵੀ ਗਾਂ ਵੀ। ਜਲੰਧਰ ਵੈਸਟ ਤੋਂ 4 ਕੈਂਡੀਡੇਟ ਖੜੇ ਨੇ। ਅਨਿਲ ਮੀਣੀਆ ਜੀ ਖੜੇ ਨੇ ਅਕਾਲੀ ਦਲ ਤੇ ਬਸਪਾ ਵੱਲੋਂ, ਸ਼ੀਤਲ ਉਂਗਰਾਲ ਜੀ ਖੜੇ ਨੇ ਆਮ ਆਦਮੀ ਪਾਰਟੀ ਵੱਲੋਂ, ਮਹਿੰਦਰ ਭਗਤ ਜੀ ਖੜੇ ਨੇ ਬੀਜੇਪੀ ਵੱਲੋਂ, ਤੇ ਕਾਂਗਰਸ ਵੱਲੋਂ ਸੁਸ਼ੀਲ ਕੁਮਾਰ ਰਿੰਕੂ ਜੀ ਖੜੇ ਨੇ ਜਲੰਧਰ ਵੈਸਟ ਤੋਂ। ਤੁਸੀਂ ਕਿਹੜੀ ਪਾਰਟੀ ਨੂੰ ਵੋਟ ਪਾਉਣਾ ਪਸੰਦ ਕਰੋਗੇ? ਬੀਜੇਪੀ ਨੂੰ, ਮਹਿੰਦਰ ਭਗਤ ਜੀ ਨੂੰ। ਕੀ ਕਾਰਨ ਹੈ ਕਿ ਮਹਿੰਦਰ ਭਗਤ ਜੀ ਨੂੰ ਵੋਟ ਪਾਉਣਾ ਪਸੰਦ ਕਰੋਗੇ? ਕਿਉਂਕਿ ਉਹ ਬੰਦੇ ਸੁੱਚੇ ਨੇ। ਬਾਕੀ ਆਪਾਂ ਬੰਦੇ ਦੇਖ ਲਏ ਨੇ, ਉਹਨਾਂ ਦਾ ਕੰਮ ਵੀ ਦੇਖ ਲਿਆ, ਉਹਨਾਂ ਦਾ ਕੰਮ ਵੀ ਦੇਖਣਾ ਚਾਹੀਦਾ ਇੱਕ ਵਾਰੀ, ਇਸ ਕਰਕੇ। ਇਸ ਵਾਰ ਮੌਕਾ ਮਹਿੰਦਰ ਭਗਤ ਜੀ ਨੂੰ ਦੋਗੇ? ਹਾਂਜੀ ਹਾਂਜੀ, ਜ਼ਰੂਰ। ਪੱਕੀ ਮੋਹਰ ਇਸ ਵਾਰੀ ਫੁੱਲ ਦੇ ਨਿਸ਼ਾਨ ਉੱਤੇ ਲੱਗੇਗੀ? ਹਾਂਜੀ, ਪੱਕੀ ਫੁੱਲ ਤੇ ਲੱਗੇਗੀ ਜੀ ਬੀਜੇਪੀ ਦੇ। 2022 ਦੀਆਂ ਵਿਧਾਨ ਸਭਾ ਚੋਣਾਂ ਨਜ਼ਦੀਕ ਆਉਂਦੀਆਂ ਜਾ ਰਹੀਆਂ ਨੇ। ਜਲੰਧਰ ਵੈਸਟ ਤੋਂ ਕਿਹੜੇ ਕੈਂਡੀਡੇਟ ਨੂੰ ਵੋਟ ਪਾਉਣਾ ਪਸੰਦ ਕਰੋਗੇ? ਹਾਂਜੀ, ਮਹਿੰਦਰ ਪਾਲ ਪਾਣਾ ਹੀ, ਹਰ ਖੜੇ ਕੰਮ ਆਉਂਦਾ ਵੇ, ਚੰਗੇ ਮਾੜੇ ਕੰਮ ਸਾਰੇ ਚ ਆਉਂਦਾ ਵੇ, ਠੀਕ ਹੈ। ਜਦੋਂ ਬਲਾ ਉਦੋਂ ਆਉਣ ਨੂੰ ਖੜੇ ਹੁੰਦੇ ਨੇ ਅਗਲੇ, ਠੀਕ ਹੈ। ਹਾਂਜੀ, ਹੋਰ ਦੱਸ ਸਕਦੇ ਹੋ ਕਿ 2017 ਦੇ ਵਿੱਚ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਜੇ ਇਸ ਵਾਰ ਜਿੱਤ ਜਾਂਦੇ ਨੇ, ਤੁਹਾਨੂੰ ਲੱਗਦਾ ਹੈ ਕਿ ਉਹ ਵਿਧਾਇਕ ਸਾਹਿਬ ਸੁਸ਼ੀਲ ਕੁਮਾਰ ਰਿੰਕੂ ਜੀ ਦੇ ਨਾਲੋਂ ਜ਼ਿਆਦਾ ਕੰਮ ਕਰਵਾਉਣਗੇ? ਹਾਂਜੀ, ਉਹ ਜ਼ਿਆਦਾ ਕੰਮ ਕਰਨਗੇ। ਜੇ ਜਿੱਤ ਗਏ ਨਾ, ਸਭ ਤੋਂ ਜ਼ਿਆਦਾ ਕੰਮ ਕਰਨਗੇ ਉਹ।
ਸਾਰਿਆਂ ਨੇ ਕੀ ਕਰਨਾ ਸੀ ਉਹਨਾਂ ਨੂੰ। ਸਾਨੂੰ ਮਹਿੰਦਰਪਾਲ ਚੰਗਾ ਵੇ, ਠੀਕ ਹੈ, ਹਰ ਇੱਕ ਕੰਮ ਚ ਆਉਂਦਾ ਉਹ, ਚੰਗੇ ਮਾੜੇ ਕੰਮ ਚ ਹਰ ਚ ਆਉਂਦਾ ਵੇ। ਇਸ ਵਾਰ ਕਿੰਨੀਆਂ ਸੀਟਾਂ ਦੇਖਦੇ ਹੋ? 117 ਸੀਟਾਂ ਦੇ ਵਿੱਚ ਬੀਜੇਪੀ ਪਾਰਟੀ ਕਿੰਨੀਆਂ ਸੀਟਾਂ ਲੈ ਕੇ ਜਾ ਸਕਦੀ ਹੈ? ਸਾਰੀਆਂ ਹੀ ਇਹਨੇ ਜਿੱਤਣੀਆਂ, ਸਾਰੀਆਂ ਨੇ ਜਿੱਤਣੀਆਂ, ਸਭ ਜਿੱਤਣੀਆਂ ਇਹਨੇ ਹੀ। ਸਭ ਉਹ ਲੈ ਕੇ ਸਾਰੇ ਵੋਟ ਪੂਰੇ ਇਹਦੇ ਹੀ ਹੋਣੇ ਨੇ। ਸਾਰਾ ਭਾਰਕੋ ਕੈਂਪ ਚੋਂ ਅੱਗੇ ਜਿੱਤ ਕੇ ਜਾਂਦੇ ਨੇ ਤੇ ਭਾਰਕੋ ਕੈਂਪ ਚੋਂ ਇਹ ਹੁਣ ਜਿੱਤਣ ਦੇ ਤੇ ਲੀਡ ਟੁੱਟਣੀ ਹੀ ਨਹੀਂ, ਹੋਰ ਕਿਸੇ ਦੀ ਵਾਰੀ ਨਹੀਂ ਆਣੀ। ਇਸ ਵਾਰ ਪੱਕੀ ਮੋਹਰ ਤੁਹਾਡੀ ਪੰਜੇ ਤੇ ਲੱਗੀ? ਪੰਜੇ ਤੇ ਨਹੀਂ, ਫੁੱਲ ਤੇ ਲੱਗਣੀਆਂ, ਫੁੱਲ ਤੇ ਲਾਣੀ, ਫੁੱਲ ਤੇ ਪੰਜਾ ਮਿੰਨਾ ਕੋਈ ਨਹੀਂ, ਝਾੜੂ ਝੂੜੂ ਕੋਈ ਨਹੀਂ, ਸਾਰੇ ਫੁੱਲ ਦੇ ਮੋਰੇ ਲੱਗਣੇ, ਫੁੱਲ ਤੇ ਜਾਣ ਹਾਂ। ਫੁੱਲ ਜਿੰਦਾਬਾਦ, ਭਗਤ ਚੂਨੀ ਲਾਲ ਜਿੰਦਾਬਾਦ। ਆਂਟੀ 2022 ਦੇ ਵਿੱਚ ਕਿਹੜੀ ਪਾਰਟੀ ਨੂੰ ਵੋਟ ਪਾਉਣਾ ਪਸੰਦ ਕਰੋਗੇ? ਵਿਧਾਨ ਸਭਾ ਚੋਣਾਂ ਬਹੁਤ ਹੀ ਨਜ਼ਦੀਕ ਆਉਂਦੀਆਂ ਜਾ ਰਹੀਆਂ ਨੇ। ਮਹਿੰਦਰ ਬਾਊ ਨੂੰ, ਮਹਿੰਦਰ ਬਾਊ ਨੂੰ। ਮਹਿੰਦਰਪਾਲ ਭਗਤ ਜੀ ਨੂੰ ਕਿਉਂ ਇੰਨਾ ਪਸੰਦ ਕਰਦੇ ਹੋ? ਕਿਹੜੇ ਕਿਹੜੇ ਕੰਮ ਉਹ ਕਰਵਾ ਚੁੱਕੇ ਨੇ? 20 ਸਾਲ ਹੋ ਗਏ ਨੇ ਕਣਕ ਖਾਂਦੇ ਆ, ਸਾਡੇ ਬੱਚਿਆਂ ਦੀ ਪੜ੍ਹਾਈ ਫਰੀ, ਸਕੂਲੇ ਰਾਸ਼ਨ ਫਰੀ, 5-5 ਕਿਲੋ ਵੀ ਫਰੀ ਦਿੰਦੇ ਨੇ ਪੇ, ਚੌਲ ਵੀ ਦਿੰਦੇ ਨੇ, ਕਿਤਾਬਾਂ ਵੀ ਦਿੰਦੇ ਨੇ, ਵਰਦੀਆਂ ਵੀ ਦਿੰਦੇ ਨੇ। ਹੋਰ ਦੱਸ ਸਕਦੇ ਹੋ ਜੀ, ਹੋਰ ਕਿਸੇ ਤਰੀਕੇ ਦੇ ਉਹਨਾਂ ਨੇ ਕੰਮ ਕਰਵਾਏ ਹੋਣ? ਬਥੇਰੇ ਕੰਮ ਕਰਾਏ ਨੇ, 500 ਵੀ ਦਿੰਦੇ ਨੇ ਜਦੋਂ ਲੋੜ ਪਏ ਵਿਧਵਾ ਜਨਾਨੀਆਂ ਨੂੰ। ਜਦੋਂ ਵਿਧਵਾ ਜਨਾਨੀਆਂ ਨੂੰ ਸਾਡੇ ਨਹੀਂ ਬੰਦੇ ਹੈਗੇ, ਅਸੀਂ ਜਦੋਂ ਜਿਹਦੇ ਕੋਲੋਂ ਮਰਜ਼ੀ ਮੰਗ ਕੇ ਖਾ ਲਈਏ। ਇਸ ਵਾਰ ਪੱਕੀ ਮੋਹਰ ਜਿਹੜੀ ਫੁੱਲ ਦੇ ਨਿਸ਼ਾਨ ਉੱਤੇ ਲੱਗੇਗੀ? ਲੱਗੇਗੀ। 2022 ਦੇ ਵਿੱਚ ਜਲੰਧਰ ਵੈਸਟ ਤੋਂ ਕਿਹੜੇ ਪਾਰਟੀ ਨੂੰ ਵੋਟ ਪਾਉਣਾ ਪਸੰਦ ਕਰੋਗੇ? ਕਿਹੜੇ ਪਾਰਟੀ ਦੇ ਉਮੀਦਵਾਰ ਨੂੰ ਜਿਤਾਉਣਾ ਪਸੰਦ ਕਰੋਗੇ? ਮਹਿੰਦਰਪਾਲ ਨੂੰ। ਕੀ ਕਾਰਨ ਹੈ ਕਿ ਮਹਿੰਦਰਪਾਲ ਭਗਤ ਜੀ ਨੂੰ ਵੋਟ ਪਾਉਣਾ ਚਾਹੁੰਦੇ ਹੋ? ਮਹਿੰਦਰਪਾਲ ਠੀਕ ਹੈ, ਸਾਰੇ ਕੰਮ ਦੇ ਆਉਂਦਾ ਨਾ, ਜਦੋਂ ਬੁਲਾਓ ਚੰਗੀ ਮਾੜੀ ਹੋਈ ਤੇ ਆ ਜਾਂਦਾ। ਹੋਰ ਦੱਸ ਸਕਦੇ ਹੋ ਕਿ ਕਿਹੜੇ ਕੰਮ ਕਰਵਾਏ ਗਏ ਨੇ? 2017 ਦੇ ਵਿੱਚ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਉਸ ਤੋਂ ਬਾਅਦ ਵੀ ਲੋਕਾਂ ਦਾ ਇਹ ਕਹਿਣਾ ਹੈ ਕਿ ਲਗਾਤਾਰ ਲੋਕਾਂ ਦੇ ਉਹ ਕੰਮ ਜਿਹੜੇ ਨੇ ਕਰਦੇ ਹੋਏ ਦਿਖਾਈ ਦੇ ਰਹੇ ਨੇ। ਜੇ ਉਹ ਜਿੱਤ ਜਾਂਦੇ ਨੇ ਇਸ ਵਾਰ ਦਾ ਚੁਣਾਵ, ਤੁਹਾਨੂੰ ਲੱਗਦਾ ਹੈ ਕਿ ਵਿਧਾਇਕ ਸਾਹਿਬ ਸੁਸ਼ੀਲ ਕੁਮਾਰ ਰਿੰਕੂ ਜੀ ਦੇ ਨਾਲੋਂ ਜ਼ਿਆਦਾ ਕੰਮ ਕਰਵਾ ਸਕਦੇ ਨੇ? ਕੰਮ ਤੇ ਉਹਨੇ ਆਪੇ ਹੀ ਕਰੇਗਾ, ਜੇ ਜਿੱਤੇਗਾ ਤੇ ਉਹਨੇ ਕਰਨਾ ਹੀ ਨਹੀਂ ਕੰਮ। ਇਸੇ ਆਸ ਵਾਸਤੇ ਸਾਰਿਆਂ ਨੂੰ ਵੋਟ ਪਾਣੀ ਹੈ ਵੀ ਚਲੋ ਆਪਣਾ ਵੇ ਭੈਣ ਭਰਾ, ਚਲੋ ਜੀ ਕੰਮ ਆਉਂਦਾ ਔਖੇ ਭਾਰੇ ਵੇਲੇ। ਇਸ ਵਾਰ ਪੱਕੀ ਮੋਹਰ ਫੁੱਲ ਦੇ ਨਿਸ਼ਾਨ ਉੱਤੇ ਲੱਗੇ? ਮੋਹਰ ਪੱਕੀ ਲੱਗੇਗੀ ਮੋਹਰ, ਐਤਕੀ ਬਹੁਤ ਉਮੀਦ ਹੋਏ ਹੋਣਗੇ ਜ਼ਰੂਰ। ਆਂਟੀ ਵਿਧਾਨ ਸਭਾ 2022 ਦੀਆਂ ਚੋਣਾਂ ਜਿਉਂ-ਜਿਉਂ ਨੇੜੇ ਆਉਂਦੀਆਂ ਜਾ ਰਹੀਆਂ ਨੇ, ਮਾਹੌਲ ਜਿਹੜਾ ਗਰਮਾਉਂਦਾ ਹੋਇਆ ਨਜ਼ਰ ਆ ਰਿਹਾ। ਕਿਹੜੀ ਪਾਰਟੀ ਨੂੰ ਜਲੰਧਰ ਵੈਸਟ ਤੋਂ ਵੋਟ ਪਾਉਣਾ ਪਸੰਦ ਕਰੋਗੇ? ਫੁੱਲ ਨੂੰ। ਦੱਸ ਸਕਦੇ ਹੋ ਕਿ ਫੁੱਲ ਨੂੰ ਕਿਉਂ ਪਸੰਦ ਕਰਦੇ ਹੋ? ਮਿੰਦਰ ਆਪਣਾ ਹੀ ਬੰਦਾ ਸਾਡਾ, ਇਹਨੂੰ ਪਾਵਾਂਗੇ ਵੋਟ। ਏਦਾਂ ਦੀ ਕੋਈ ਗੱਲ ਨਹੀਂ ਹੈਗੀ, ਠੀਕ ਹੈ, ਮਾੜਾ ਨਹੀਂ ਹੈਗਾ, ਸਾਰੇ ਦਾ ਹੁੰਦਾ, ਸਾਡੇ ਤੇ ਘਰ ਆਉਂਦਾ ਜਾਂਦਾ। ਇਹ ਮੇਨ ਘਰ ਹੈ ਉਹਨਾਂ ਦਾ, ਜਗ੍ਹਾ ਤੇ ਹੁੰਦਾ, ਉਹ ਸਾਜ ਦਾ ਨਹੀਂ ਆਉਂਦਾ, ਬਹੁਤ ਪੁਰਾਣਾ ਹੁੰਦਾ। ਇਸ ਵਾਰ ਪੱਕੀ ਮੋਹਰ ਫੁੱਲ ਦੇ ਨਿਸ਼ਾਨ ਉੱਤੇ ਲੱਗੇਗੀ? ਹਾਂਜੀ ਲਾਵਾਂਗੇ ਮਿੰਦਰ ਨੂੰ ਫੁੱਲ ਤੇ। ਜਲੰਧਰ ਵੈਸਟ ਤੋਂ 4 ਕੈਂਡੀਡੇਟ ਜਿਹੜੇ ਸੱਤਾ ਦੇ ਵਿੱਚ ਖੜੇ ਨੇ। ਅਨਿਲ ਮੀਣੀਆ ਜੀ ਅਕਾਲੀ ਦਲ ਬਸਪਾ ਵੱਲੋਂ ਖੜੇ ਨੇ, ਸੁਸ਼ੀਲ ਰਿੰਕੂ ਜੀ ਕਾਂਗਰਸ ਵੱਲੋਂ ਖੜੇ ਨੇ, ਮਹਿੰਦਰ ਭਗਤ ਜੀ ਬੀਜੇਪੀ ਵੱਲੋਂ ਖੜੇ ਨੇ। ਸੋ ਤੁਸੀਂ ਕਿਹੜੀ ਪਾਰਟੀ ਨੂੰ ਵੋਟ ਪਾਉਣਾ ਪਸੰਦ ਕਰੋਗੇ? ਅਸੀਂ ਬੀਜੇਪੀ ਮਹਿੰਦਰਪਾਲ ਨੂੰ। ਦੱਸ ਸਕਦੇ ਹੋ ਜੀ ਮਹਿੰਦਰ ਭਗਤ ਜੀ ਨੂੰ ਕਿਉਂ ਵੋਟ ਪਾਉਣਾ ਪਸੰਦ ਕਰੋਗੇ? ਹਾਂਜੀ, ਬਹੁਤ ਅੱਛੇ ਆਦਮੀ ਨੇ, ਪਰਿਵਾਰ ਬਹੁਤ ਅੱਛਾ ਹੈਗਾ ਉਹਨਾਂ ਦਾ, ਹਰ ਇੱਕ ਦੇ ਦੁੱਖ ਸੁੱਖ ਦੇ ਵਿੱਚ ਮਤਲਬ ਸ਼ਾਮਲ ਹੁੰਦੇ ਨੇ। ਹਾਂਜੀ, ਇਸ ਕਰਕੇ ਇੱਥੇ ਲੋਕਾਂ ਦਾ ਇਹ ਕਹਿਣਾ ਹੈ ਕਿ 2017 ਦੇ ਵਿੱਚ ਉਹ ਚੁਣਾਵ ਹਾਰ ਗਏ ਸਨ, ਪਰ ਫਿਰ ਵੀ ਲੋਕਾਂ ਨਾਲ ਉਹ ਮਿਲਦੇ ਹੋਏ ਨਜ਼ਰ ਆਉਂਦੇ ਨੇ, ਹਰ ਇੱਕ ਕੰਮ ਕਰਵਾਉਂਦੇ ਹੋਏ ਨਜ਼ਰ ਆਉਂਦੇ ਨੇ। ਇਹ ਕਿੱਥੋਂ ਤੱਕ ਇਹ ਗੱਲ ਜਿਹੜੀ ਹੈ ਸਹੀ ਹੈ? ਬਿਲਕੁਲ ਸਹੀ ਹੈ ਭਾਜੀ। ਇਸ ਵਾਰ ਪੱਕੀ ਮੋਹਰ ਜਿਹੜੀ ਹੈ ਫੁੱਲ ਦੇ ਨਿਸ਼ਾਨ ਉੱਤੇ ਲੱਗੇਗੀ? ਹਾਂਜੀ, ਬੀਜੇਪੀ ਨੂੰ ਲਾਣੀ ਹੈ ਫੁੱਲ ਦੇ ਨਿਸ਼ਾਨ ਤੇ, ਮਹਿੰਦਰਪਾਲ ਨੂੰ। ਹਾਂ, ਸ਼ੁਰੂ ਤੋਂ ਨਾਲੇ ਤੇ ਮੇਨ ਘਰ ਹੈਗਾ ਉਹਨਾਂ ਦਾ, ਪਰਿਵਾਰ ਹੈ ਉਹਨਾਂ ਦਾ। ਹਾਂਜੀ, ਜਲੰਧਰ ਵੈਸਟ ਤੋਂ ਕਿਹੜੀ ਪਾਰਟੀ ਨੂੰ ਵੋਟ ਪਾਉਣਾ ਪਸੰਦ ਕਰੋਗੇ? ਆਪਣੇ ਬੀਜੇਪੀ ਮਹਿੰਦਰ ਲਾਲ ਭਗਤ ਨੂੰ ਜੀ। ਦੱਸ ਸਕਦੇ ਹੋ ਜੀ ਕਿਉਂ ਉਹਨਾਂ ਨੂੰ ਵੋਟ ਪਾਉਣਾ ਪਸੰਦ ਕਰੋਗੇ? ਕਿਹੜੇ ਕਿਹੜੇ ਕੰਮ ਉਹਨਾਂ ਵੱਲੋਂ ਕਰਵਾਏ ਗਏ ਨੇ? ਕਿਉਂਕਿ ਸਾਡੇ ਫੈਮਿਲੀ ਦੇ ਜਿੰਨੇ ਵੀ ਕੰਮ ਹੋਏ ਉਹਨਾਂ ਵੱਲੋਂ ਕੀਤੇ ਗਏ ਨੇ, ਸਾਡੇ ਹਰ ਇੱਕ ਦੁੱਖ ਸੁੱਖ ਵਿੱਚੋਂ ਖੜੇ ਹੁੰਦੇ ਨੇ। ਜਦੋਂ ਵੀ ਅਸੀਂ ਉਹਨਾਂ ਨੂੰ ਫੋਨ ਕਰੀਏ ਸਾਡੀ ਮਿੰਟ ਤੋਂ ਪਹਿਲਾਂ ਸੁਣਵਾਈ ਹੁੰਦੀ ਹੈ ਜੀ। ਜਿਹੜੇ ਕੰਮ ਲਈ ਅਸੀਂ ਉਹਨਾਂ ਨੂੰ ਬੁਲਾਉਂਦੇ ਮੈਂ ਪਹੁੰਚਦੇ ਨੇ। ਇੱਥੇ ਭਾਰਗਵ ਕੈਂਪ ਦੇ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ 2017 ਦੇ ਵਿੱਚ ਉਹ ਚੁਣਾਵ ਹਾਰ ਗਏ ਸਨ, ਪਰ ਫਿਰ ਵੀ ਉਹ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਸ਼ਰੀਕ ਹੁੰਦੇ ਰਹੇ ਨੇ। ਸੋ ਤੁਹਾਨੂੰ ਲੱਗਦਾ ਹੈ ਕਿ ਇਸ ਵਾਰ ਜੋ ਚੁਣਾਵ ਜਿੱਤ ਜਾਂਦੇ ਨੇ ਤਾਂ ਉਸ ਤੋਂ ਵੀ ਜ਼ਿਆਦਾ ਲੋਕਾਂ ਦੇ ਉਹ ਕੰਮ ਕਰਵਾ ਸਕਦੇ ਨੇ? ਹਾਂਜੀ, ਬਿਲਕੁਲ, ਸਾਨੂੰ ਪੂਰੀ ਉਮੀਦ ਹੈ ਜੀ ਉਹਨਾਂ ਤੇ, ਕਿਉਂਕਿ ਹਰ ਇੱਕ ਦੇ ਦੁੱਖ ਸੁੱਖ ਵਿੱਚੋਂ ਜਾਣਗੇ ਤੇ ਜਾਂਦੇ ਰਹਿਣਗੇ, ਸਾਨੂੰ ਪੂਰਾ ਵਿਸ਼ਵਾਸ ਹੈ ਉਹਨਾਂ ਤੇ। ਜੇ ਗੱਲ ਕਰੀਏ 117 ਸੀਟਾਂ ਦੀ, ਬੀਜੇਪੀ ਦੇ ਹਿੱਸੇ ਕਿੰਨੀਆਂ ਸੀਟਾਂ ਆ ਸਕਦੀਆਂ ਨੇ ਤੁਹਾਡੇ ਹਿਸਾਬ ਦੇ ਨਾਲ? ਵੱਧ ਤੋਂ ਵੱਧ ਜੀ ਉਹਨਾਂ ਨੂੰ ਹੀ ਜਾਣਗੀਆਂ ਜੀ, ਮਹਿੰਦਰ ਲਾਲ ਭਗਤ ਨੂੰ। ਉਹਨਾਂ ਤੋਂ ਉਮੀਦ ਹੈ ਸਾਨੂੰ, ਬਿਲਕੁਲ ਉਹਨਾਂ ਦੇ ਸਪੋਰਟ ਕਰਨਗੇ ਲੋਕੀ, ਜਿਨ੍ਹਾਂ ਦੇ ਉਹਨਾਂ ਨੇ ਕੰਮ ਕੀਤੇ ਸਾਰੇ ਉਹਨਾਂ ਦੇ ਨਾਲ ਖੜੇ ਹੋਣਗੇ ਜੀ। ਇਸ ਵਾਰ ਪੱਕੀ ਮੋਹਰ ਫੁੱਲ ਦੇ ਨਿਸ਼ਾਨ ਉੱਤੇ ਲੱਗੇਗੀ? ਹਾਂਜੀ, ਪੱਕਾ 100% ਉਹਨਾਂ ਨੂੰ ਹੀ ਲੱਗੇਗੀ।
2017 ਦੀਆਂ ਵਿਧਾਨ ਸਭਾ ਚੋਣਾਂ ਜਿਹੜੀਆਂ ਨੇ ਨਜ਼ਦੀਕ ਆਉਂਦੀਆਂ ਜਾ ਰਹੀਆਂ ਨੇ, ਕਿਹੜੀ ਪਾਰਟੀ ਨੂੰ ਜਲੰਧਰ ਵੈਸਟ ਤੋਂ ਦੇਖਣਾ ਪਸੰਦ ਕਰਦੇ ਹੋ? ਕਿਹੜੀ ਪਾਰਟੀ ਨੂੰ ਵੋਟ ਪਾਉਣਾ ਪਸੰਦ ਕਰਦੇ ਹੋ? ਅਸੀਂ ਸ਼ੁਰੂ ਤੋਂ ਬੀਜੇਪੀ ਦੇ ਸਮਰਥਨ ਦਿੱਤਾ ਵੇ ਤੇ ਆਪਾਂ ਹਰ ਵਾਰੀ ਬੀਜੇਪੀ ਨੂੰ ਸਮਰਥਨ ਦੇਵਾਂਗੇ। ਇਸ ਵਾਰ ਬੀਜੇਪੀ ਪਾਰਟੀ ਵੱਲੋਂ ਮਹਿੰਦਰ ਭਗਤ ਜੀ ਖੜੇ ਨੇ, ਉਹਨਾਂ ਦੇ ਉੱਤੇ ਪੱਕੀ ਮੋਹਰ ਲੱਗੇਗੀ? ਹਾਂਜੀ ਲੱਗੇਗੀ, ਪੱਕੀ ਲੱਗੇਗੀ। ਸਮਰਥਨ ਉਹਨਾਂ ਨੂੰ ਜਾਏਗਾ, ਹਰ ਵਾਰੀ ਜਾਏਗਾ। ਹਾਲਾਂਕਿ ਕੁਝ ਕਾਰਨਾਂ ਕਰਕੇ ਉਹਨਾਂ ਨੂੰ ਪਿਛਲੀ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਤੁਹਾਨੂੰ ਲੱਗਦਾ ਹੈ ਕਿ ਇਸ ਵਾਰ ਉਹ ਵਿਜਯੀ ਹੋਣਗੇ, ਜਿੱਤ ਹੋ ਸਕਦੀ ਉਹਨਾਂ ਦੀ? ਹਾਂ ਹੋਏਗੀ, ਇਸ ਵਾਰ ਪੱਕਾ ਹੋਏਗੀ। ਇਸ ਵਾਰ ਬਹੁਤ ਪੱਕਾ ਹੋਏਗੀ, ਉਹਨਾਂ ਦੀ ਜਿੱਤੀ ਹੋਏਗੀ। ਇੱਥੋਂ ਦੇ ਲੋਕ ਇਹ ਕਹਿ ਰਹੇ ਨੇ ਕਿ ਉਹ ਹਾਰਨ ਤੋਂ ਬਾਅਦ ਵੀ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਸ਼ਰੀਕ ਹੁੰਦੇ ਹੋਏ ਨਜ਼ਰ ਆਏ ਨੇ ਕਿ ਆਏ ਨੇ, ਹਰ ਵਾਰੀ ਆਉਂਦੇ ਨੇ। ਸੋ ਇਸ ਵਾਰ ਹਾਰਨ ਦੇ ਬਾਵਜੂਦ ਵੀ ਲੋਕਾਂ ਦੇ ਦੁੱਖ ਸੁੱਖ ਵਿੱਚ ਉਹ ਸ਼ਰੀਕ ਹੁੰਦੇ ਨੇ। ਸੋ ਇਸ ਵਾਰ ਪੱਕੀ ਮੋਹਰ ਫੁੱਲ ਦੇ ਨਿਸ਼ਾਨ ਉੱਤੇ ਲੱਗੇਗੀ? ਹਾਂਜੀ ਲੱਗੇਗੀ। ਭਾਜੀ 2022 ਦੀਆਂ ਵਿਧਾਨ ਸਭਾ ਚੋਣਾਂ ਨੇੜੇ ਆਉਂਦੀਆਂ ਜਾ ਰਹੀਆਂ ਨੇ, ਜਲੰਧਰ ਵੈਸਟ ਤੋਂ ਕਿਹੜੇ ਉਮੀਦਵਾਰ ਨੂੰ ਜਿਤਾਉਣਾ ਚਾਹੁੰਦੇ ਹੋ? ਮਹਿੰਦਰ ਭਗਤ ਜੀ ਨੇ। ਦੱਸ ਸਕਦੇ ਹੋ ਜੀ ਮਹਿੰਦਰ ਭਗਤ ਜੀ ਨੂੰ ਕਿਉਂ ਜਿਤਾਉਣਾ ਚਾਹੁੰਦੇ ਹੋ? ਭਾਈ ਇਲਾਕੇ ਦੇ ਕੰਮ ਹੋਏ ਨੇ ਤਾਂ ਇੱਥੇ 5 ਸਾਲ ਕੰਮ ਨਹੀਂ ਕੋਈ ਹੋਇਆ। ਤੁਹਾਨੂੰ ਲੱਗਦਾ ਹੈ ਕਿ ਜੋ ਸੱਤਾ ਦੇ ਵਿੱਚ ਆ ਜਾਂਦੇ ਨੇ ਤੇ ਇਲਾਕੇ ਦੇ ਵਿੱਚ ਜੇ ਤੁਸੀਂ ਕਹਿ ਰਹੇ ਹੋ ਕਿ ਕੰਮ ਨਹੀਂ ਹੋਏ, ਉਹ ਦੁਬਾਰਾ ਤੋਂ ਸ਼ੁਰੂ ਹੋ ਜਾਣਗੇ? ਹਾਂ ਦੁਬਾਰਾ ਕੰਮ ਸ਼ੁਰੂ ਹੋ ਜਾਊਗੇ ਇਲਾਕੇ ਦੇ। ਇੱਥੋਂ ਦੇ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ 2017 ਦੇ ਵਿੱਚ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਇਸ ਵਾਰ ਜੋ ਜਿੱਤ ਜਾਂਦੇ ਨੇ ਤੇ ਕੰਮ ਜਿਹੜੇ ਨੇ ਦੁੱਗਣੇ ਹੋਣਗੇ। ਹਾਂ ਕੰਮ ਬਹੁਤ ਪੇ ਕਰਨ ਵਾਲੇ ਸਾਰੇ ਕੰਮ ਕਰੂਗੇ। ਇਸ ਵਾਰ ਪੱਕੀ ਮੋਹਰ ਤੁਹਾਡੀ ਫੁੱਲ ਦੇ ਨਿਸ਼ਾਨ ਉੱਤੇ ਲੱਗੇਗੀ? ਹਾਂਜੀ ਹਾਂਜੀ। ਸੋ ਜਲੰਧਰ ਵੈਸਟ ਦੇ ਕੁਝ ਨੌਜਵਾਨ ਸਾਥੀ ਸਾਡੇ ਨਾਲ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਰ ਜਲੰਧਰ ਵੈਸਟ ਤੋਂ ਕਿਹੜੀ ਪਾਰਟੀ ਨੂੰ ਜਿਤਾਉਣਾ ਚਾਹੁੰਦੇ ਹੋ? ਕਿਹਨੂੰ ਵੋਟ ਪਾਉਣਾ ਚਾਹੁੰਦੇ ਹੋ? ਮਹਿੰਦਰ ਭਗਤ ਨੂੰ। ਕੀ ਕਾਰਨ ਹੈ ਕਿ ਮਹਿੰਦਰ ਭਗਤ ਜੀ ਨੂੰ ਵੋਟ ਪਾਉਣਾ ਪਸੰਦ ਕਰਦੇ ਹੋ? ਕਿਉਂਕਿ ਉਹ 2017 ਨੂੰ ਹਾਰ ਵੀ ਗਏ ਤਾਂ ਵੀ ਲੋਕਾਂ ਦੇ ਹਾਲ ਚਾਲ ਘਰ ਆ ਕੇ ਪੁੱਛਦੇ ਰਹੇ ਨੇ, ਤਾਂ ਕਰਕੇ। ਇਸ ਵਾਰ ਪੱਕੀ ਮੋਹਰ ਫੁੱਲ ਦੇ ਨਿਸ਼ਾਨ ਉੱਤੇ ਲੱਗੇਗੀ? ਹਾਂਜੀ ਫੁੱਲ ਤੇ ਲੱਗੇਗੀ, ਪੱਕੀ ਨਿਸ਼ਾਨ। ਭਾਜੀ 2022 ਦੀਆਂ ਵਿਧਾਨ ਸਭਾ ਚੋਣਾਂ ਨੇੜੇ ਆਉਂਦੀਆਂ ਜਾ ਰਹੀਆਂ ਨੇ, ਜਲੰਧਰ ਵੈਸਟ ਦੀ ਗੱਲ ਕਰੀਏ, 4 ਕੈਂਡੀਡੇਟ ਜਿਹੜੇ ਨੇ ਸੱਤਾ ਦੇ ਵਿੱਚ ਖੜੇ ਨੇ, ਇੱਥੋਂ ਖੜੇ ਨੇ ਜਲੰਧਰ ਵੈਸਟ ਤੋਂ, ਤੁਸੀਂ ਕਿਹੜੀ ਪਾਰਟੀ ਨੂੰ ਵੋਟ ਪਾਉਣਾ ਪਸੰਦ ਕਰੋਗੇ? ਅਸੀਂ ਭਾਰਤੀ ਜਨਤਾ ਪਾਰਟੀ ਨੂੰ ਮਹਿੰਦਰ ਭਗਤ ਜੀ ਨੂੰ ਵੋਟ ਪਾਉਣਾ ਪਸੰਦ ਕਰਾਂਗੇ। ਕੀ ਕਾਰਨ ਹੈ ਕਿ ਮਹਿੰਦਰ ਭਗਤ ਜੀ ਨੂੰ ਤੁਸੀਂ ਵੋਟ ਪਾਉਣਾ ਪਸੰਦ ਕਰਦੇ ਹੋ? ਦੇਖੋ ਪਿਛਲੀ ਵਾਰ ਉਹ ਹਾਰ ਵੀ ਗਏ ਨੇ, ਲੇਕਿਨ ਇੱਦਾਂ ਵੇਂ ਕਿ ਸਾਡੇ ਦੁੱਖ ਸੁੱਖ ਵਿੱਚ ਨਾ ਉਹ ਸ਼ਾਮਲ ਹੋਏ ਨੇ ਆ ਕੇ, ਸਾਨੂੰ ਇੰਨੀ ਬੜੀ ਖੁਸ਼ੀ ਹੈ। ਸੁਸ਼ੀਲ ਕੁਮਾਰ ਰਿੰਕੂ ਜੀ ਨੇ ਉਹ ਇੱਥੇ ਆ ਕੇ ਕਿਸੇ ਦਾ ਹਾਲ ਹੀ ਨਹੀਂ ਪੁੱਛਿਆ, ਇਸ ਗੱਲ ਦਾ ਰੋਸ ਹੈ ਸਾਨੂੰ, ਹੋਰ ਕੋਈ ਗੱਲ ਨਹੀਂ। ਹੋਰ ਦੱਸ ਸਕਦੇ ਹੋ ਕਿ ਵਿਧਾਨ ਸਭਾ ਚੋਣਾਂ ਦੇ ਵਿੱਚ 117 ਸੀਟਾਂ ਦੇ ਵਿੱਚੋਂ ਕਿੰਨੀਆਂ ਸੀਟਾਂ ਬੀਜੇਪੀ ਦੇ ਖਾਤੇ ਆਉਣ ਦੀ ਸੰਭਾਵਨਾ ਹੈ? ਦੇਖੋ ਜੀ ਬੀਜੇਪੀ ਦੀ ਜਿਹੜੀ ਸੁਭਾਵਨਾ ਤੇ ਖੈਰ ਇੰਨੀ ਨਹੀਂ ਲੱਗਦੀ ਹੈਗੀ, ਲੇਕਿਨ ਇਹ ਵੇਗਾ ਜਨਤਾ ਵੇ ਉਹ ਕਿਸੇ ਨੂੰ ਵੀ ਬਣਾ ਸਕਦੀ ਹੈ, ਉਹਨਾਂ ਦੀ ਵੋਟ ਆਪਣੀ ਹੈ। ਜੇ ਜਲੰਧਰ ਵੈਸਟ ਦੀ ਗੱਲ ਕਰੀਏ ਤਾਂ ਮਹਿੰਦਰ ਭਗਤ ਜੀ ਦੀ ਜਿੱਤ ਦੇਖਦੇ ਹੋ? ਬਿਲਕੁਲ ਬਿਲਕੁਲ ਜਿੱਤ ਸਾਹਮਣੇ ਨਜ਼ਰ ਆ ਰਹੀ ਹੈ ਜੀ, ਕੋਈ ਇੱਦਾਂ ਦੀ ਗੱਲ ਨਹੀਂ। ਇਸ ਵਾਰ ਤੁਹਾਡੀ ਪੱਕੀ ਮੋਹਰ ਜਿਹੜੀ ਹੈ ਫੁੱਲ ਦੇ ਨਿਸ਼ਾਨ ਉੱਤੇ ਲੱਗੇਗੀ? ਬਿਲਕੁਲ, ਮੇਰੇ ਪੂਰੇ ਪਰਿਵਾਰ ਦੀ ਵੀ ਲੱਗੇਗੀ, ਮੇਰੀ ਵੀ ਲੱਗੇਗੀ। ਸੋ ਹੋਰ ਨੌਜਵਾਨ ਸਾਥੀ ਸਾਡੇ ਨਾਲ ਮੌਜੂਦ ਨੇ। ਭਾਜੀ ਇਸ ਵਾਰ ਕਿਹੜੀ ਵੋਟ ਪਾਉਣਾ ਪਸੰਦ ਕਰੋਗੇ ਜਲੰਧਰ ਵੈਸਟ ਦੇ ਏਰੀਆ ਦੇ ਵਿੱਚੋਂ? ਮਹਿੰਦਰ ਭਗਤ ਨੂੰ ਜੀ। ਕੀ ਕਾਰਨ ਹੈ ਕਿ ਮਹਿੰਦਰ ਭਗਤ ਜੀ ਨੂੰ ਇੰਨਾ ਪਸੰਦ ਕਰਦੇ ਹੋ? ਯਾਰ ਬਹੁਤ ਕੰਮ ਕੀਤੇ ਭਾਈ ਉਹਨਾਂ ਨੇ, ਆਉਣ ਵਾਲੀ ਪੀੜ੍ਹੀ 'ਚ ਹੋਰ ਵੀ ਕੰਮ ਕਰਨੇ ਨੇ, ਅੱਗੋਂ ਵੀ ਕੰਮ ਕਰਨੇ ਨੇ, ਬਹੁਤ ਜ਼ਿਆਦਾ ਕੰਮ ਕਰਨੇ ਨੇ। ਇੱਥੋਂ ਦੇ ਲੋਕਾਂ ਦਾ, ਭਾਰਗਵ ਕੈਂਪ ਦੇ ਲੋਕਾਂ ਦਾ ਇਹ ਕਹਿਣਾ ਹੈ ਕਿ 2017 ਦੇ ਵਿੱਚ ਕੁਝ ਕਾਰਨਾਂ ਕਰਕੇ ਥੋੜਾ ਜਿਹਾ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ, ਜੇ ਇਸ ਵਾਰ ਜਿੱਤ ਜਾਂਦੇ ਨੇ ਤੇ ਕੰਮ ਜਿਹੜੇ ਨੇ 2 ਗੁਣਾ ਕਰਵਾਏ ਜਾਣਗੇ। ਤੁਹਾਨੂੰ ਲੱਗਦਾ ਹੈ ਕਿ ਇਹ ਜਿਹੜੀ ਜਾਣਕਾਰੀ ਹੈ ਬਿਲਕੁਲ ਸਹੀ ਹੈ? ਪੱਕਾ ਜੀ ਪੱਕਾ ਜਨਾਬ, ਪੱਕਾ ਹੋਏਗਾ ਕੰਮ ਹੈ। ਲੋਕ ਇਹ ਵੀ ਕਹਿ ਰਹੇ ਨੇ ਕਿ ਵਿਧਾਇਕ ਸਾਹਿਬ ਸੁਸ਼ੀਲ ਕੁਮਾਰ ਰਿੰਕੂ ਜੀ ਨੇ ਕੋਈ ਕੰਮ ਨਹੀਂ ਕਰਵਾਇਆ, ਜੇ ਮਹਿੰਦਰ ਭਗਤ ਜੀ ਸੱਤਾ ਦੇ ਵਿੱਚ ਆ ਜਾਂਦੇ ਨੇ ਤੇ ਉਹ ਕੰਮ ਜਿਹੜੇ ਕਰਵਾ ਸਕਦੇ ਨੇ। ਮਹਿੰਦਰ ਭਗਤ ਨੇ ਤਾਂ ਕਰਾ ਦੇਣੇ ਜਨਾਬ, ਉਹਨਾਂ ਦੇ ਤਾਂ ਛੱਡੋ, ਹੈ ਹੀ ਇੱਦਾਂ ਦੇ ਆ, ਹੁਣ ਕਿਸੇ ਵੱਲੋਂ ਕੀ ਕਹਿਣਾ, ਉਹ ਸਾਰੀ ਜਨਤਾ ਨੂੰ ਪਤਾ ਹੈ। ਇਸ ਵਾਰ ਪੱਕੀ ਮੋਹਰ ਤੁਹਾਡੀ ਫੁੱਲ ਦੇ ਨਿਸ਼ਾਨ ਉੱਤੇ ਲੱਗੇ? ਸਾਰਿਆਂ ਦੀ, ਮੇਰੀ ਨਹੀਂ ਸਾਰਿਆਂ ਦੀ, ਸਾਰੇ ਕੈਂਪ ਦੀ ਮੇਰੇ ਹਿਸਾਬ ਨਾਲ ਪੱਕੀ ਫੁੱਲ ਤੇ ਹੋਏਗੀ। ਆਂਟੀ 2022 ਦੀਆਂ ਵਿਧਾਨ ਸਭਾ ਚੋਣਾਂ ਜਿੱਦਾਂ ਨੇੜੇ ਆਉਂਦੀਆਂ ਜਾ ਰਹੀਆਂ ਨੇ, ਹਰੇਕ ਪਾਰਟੀ ਆਪੋ ਆਪਣੇ ਦਾਅਵੇ ਜਿਹੜੇ ਨੇ ਉਹ ਪੇਸ਼ ਕਰ ਰਹੀ ਹੈ। ਤੁਹਾਨੂੰ ਕੀ ਲੱਗਦਾ ਹੈ ਕਿ ਜਲੰਧਰ ਸ਼ਹਿਰ ਦੇ ਵੈਸਟ ਏਰੀਆ ਦੇ ਵਿੱਚੋਂ ਕਿਹੜੀ ਪਾਰਟੀ ਸੱਤਾ ਦੇ ਵਿੱਚ ਆ ਸਕਦੀ ਹੈ? ਕਿਹਨੂੰ ਵੋਟ ਪਾਉਣਾ ਚਾਹੁੰਦੇ ਹੋ? ਅਸੀਂ ਮਹਿੰਦਰ ਭਗਤ ਨੂੰ ਵੋਟ ਪਾਉਣਾ ਚਾਹੁੰਦੇ ਹਾਂ। ਅਸੀਂ ਸ਼ੁਰੂ ਤੋਂ ਮਹਿੰਦਰ ਭਗਤ ਨੂੰ ਪਸੰਦ ਕਰਨੇ ਆ, ਅਸੀਂ ਉਹਨਾਂ ਨੂੰ ਵੋਟ ਪਾਵਾਂਗੇ। ਦੱਸ ਸਕਦੇ ਹੋ ਕਿ ਮਹਿੰਦਰ ਭਗਤ ਜੀ ਨੂੰ ਇੰਨਾ ਕਿਉਂ ਪਸੰਦ ਕਰਦੇ ਹੋ? ਉਹ ਇਮਾਨਦਾਰ ਇਨਸਾਨ ਹੈਗਾ, ਇਮਾਨਦਾਰ ਪਾਰਟੀ ਹੈਗੀ, ਇਮਾਨਦਾਰ ਪਰਿਵਾਰ ਹੈਗਾ ਵੇ, ਅਸੀਂ ਉਹਨਾਂ ਨੂੰ ਤਾਂ ਪਸੰਦ ਕਰਨੇ ਆ। ਬਹੁਤ ਜ਼ਿਆਦੀਆਂ ਵੋਟਾਂ ਤੋਂ ਉਹ ਜਿੱਤਣਗੇ, ਸਾਨੂੰ ਬਹੁਤ ਖੁਸ਼ੀ ਹੈਗੀ ਹੈ ਕਿ ਉਹ ਵੋਟਾਂ 'ਤੇ ਖੜੇ ਆ, ਤੇ ਬਹੁਤ ਜ਼ਿਆਦੀਆਂ ਵੋਟਾਂ ਤੋਂ ਅਸੀਂ ਉਹਨਾਂ ਨੂੰ ਜਿਤਾਵਾਂਗੇ। ਭਗਤ ਬਲਾਦਰ ਵੀ ਉਹਨਾਂ ਦੇ ਨਾਲ ਹੈ, ਸਾਰੀਆਂ ਬਰਾਦਰੀਆਂ ਮਤਲਬ ਉਹਨਾਂ ਦੇ ਨਾਲ ਹੈ, ਸਾਰਿਆਂ ਦਾ ਉਹਨਾਂ ਨੂੰ ਸਹਿਯੋਗ ਮਿਲਦਾ ਪਿਆ ਵੇ, ਉਹ ਅੱਗੇ ਜਾ ਕੇ ਬਹੁਤ ਜ਼ਿਆਦੀਆਂ ਵੋਟਾਂ ਨਾਲ ਜਿੱਤਣਗੇ। ਕਿੰਨੀਆਂ ਸੀਟਾਂ ਦੇਖਦੇ ਹੋ ਬੀਜੇਪੀ ਦੇ ਖਾਤੇ ਆਉਣਗੀਆਂ? ਜੇ ਗੱਲ ਕਰੀਏ ਪੰਜਾਬ ਦੇ ਵਿੱਚ ਕੁੱਲ 117 ਸੀਟਾਂ ਦੇ ਉੱਤੇ ਜਿਹੜੀ ਚੋਣ ਹੈ ਉਹ ਲੜੀ ਜਾ ਰਹੀ ਹੈ, ਕਿੰਨੀਆਂ ਸੀਟਾਂ ਆ ਸਕਦੀਆਂ ਨੇ ਬੀਜੇਪੀ ਪਾਰਟੀ ਦੇ ਹਿੱਸੇ? ਇਹ ਤਾਂ 100 ਕਿਤੇ ਆ ਸਕਣਗੇ, 100% ਆ ਸਕਣਗੇ ਉਹਨਾਂ ਦਾ ਹਿੱਸੇ ਵਿੱਚ। ਜੇ ਗੱਲ ਕਰਾਂ ਤੁਹਾਡੀ ਮੋਹਰ ਇਸ ਵਾਰ ਪੱਕੀ ਫੁੱਲ ਦੇ ਨਿਸ਼ਾਨ ਉੱਤੇ ਲੱਗੇਗੀ?
ਜੀ ਜ਼ਰੂਰ, ਸਾਡੇ ਪਰਿਵਾਰ ਸਾਰਿਆਂ ਦੀ, ਉਹਨਾਂ ਦੇ ਸਾਰੇ ਪਰਿਵਾਰ ਦੀ ਵੀ ਲੱਗੇਗੀ, ਸਾਰੇ ਜਲੰਧਰ ਦੀਆਂ ਵੀ ਲੱਗਣਗੀਆਂ, ਉਹਨਾਂ ਦੇ ਸਾਡੇ ਵੱਲੋਂ ਸਾਰੇ ਕੈਂਪ ਦੀ ਮੋਹਰ ਉਹਨਾਂ ਦੇ ਉੱਤੇ ਹੀ ਲੱਗੇਗੀ। ਬਹੁਤ ਬਹੁਤ ਧੰਨਵਾਦ ਜੀ। ਸਾਡੇ ਨਾਲ ਇੱਕ ਮੈਮ ਮੌਜੂਦ ਨੇ, ਉਹਨਾਂ ਤੋਂ ਪੁੱਛਦੇ ਹਾਂ, ਵਿਧਾਨ ਸਭਾ ਚੋਣਾਂ 2022 ਦੀਆਂ ਨਜ਼ਦੀਕ ਆਉਂਦੀਆਂ ਜਾ ਰਹੀਆਂ ਨੇ, ਮਾਹੌਲ ਜਿਹੜਾ ਇਹ ਗਰਮਾਉਂਦਾ ਹੋਇਆ ਨਜ਼ਰ ਆ ਰਿਹਾ, ਹਰ ਇੱਕ ਪਾਰਟੀ ਆਪੋ ਆਪਣੇ ਦਾਅਵੇ ਜਿਹੜੇ ਆ ਉਹ ਪੇਸ਼ ਕਰ ਰਹੀ ਹੈ। ਜਲੰਧਰ ਵੈਸਟ ਦੇ ਵਿੱਚੋਂ ਕਿਹੜੇ ਕੈਂਡੀਡੇਟ ਨੂੰ ਵੋਟ ਪਾਉਣਾ ਪਸੰਦ ਕਰੋਗੇ? ਅਸੀਂ ਆਪਣੇ ਜਲੰਧਰ ਵੈਸਟ ਹਲਕੇ ਦੇ ਵਿੱਚ ਬਾਊ ਮਹਿੰਦਰ ਜੀ ਨੂੰ ਵੋਟ ਪਾਉਣਾ ਪਸੰਦ ਕਰਾਂਗੇ। ਕੀ ਕਾਰਨ ਹੈ ਕਿ ਮਹਿੰਦਰ ਭਗਤ ਜੀ ਨੂੰ ਇੰਨਾ ਪਸੰਦ ਕਰਦੇ ਹੋ? ਉਹਨਾਂ ਨੇ ਮਤਲਬ ਕਿ ਪਬਲਿਕ ਡੀਲਿੰਗ ਬਹੁਤ ਵਧੀਆ ਕੀਤੀ ਹੈ। ਜੇ ਉਹ ਪਿਛਲੀ ਵਾਰੀ ਹਾਰ ਵੀ ਗਏ ਸੀ, ਉਹਨਾਂ ਦੇ ਹਾਰ ਦੇ ਬਾਵਜੂਦ ਵੀ ਕੈਂਪ ਵਿੱਚ ਬਹੁਤ ਜ਼ਿਆਦਾ ਕੰਮ ਕੀਤੇ ਸੀ ਉਹਨਾਂ ਨੇ। ਮਤਲਬ ਕਿ ਸਾਨੂੰ ਉਹਨਾਂ ਤੋਂ ਬਹੁਤ ਜ਼ਿਆਦਾ ਉਮੀਦ ਆ ਕਿ ਉਹ ਕਿਸੇ ਵੀ ਪਰਸਨ ਨੂੰ ਨਾਰਾਜ਼ ਹੋ ਕੇ ਨਹੀਂ ਮੋੜਦੇ ਆਪਣੇ ਵਿਹੜੇ ਤੋਂ। ਜੇ ਗੱਲ ਕਰੀਏ ਪੰਜਾਬ ਦੇ ਵਿੱਚ 117 ਸੀਟਾਂ ਦੇ ਉੱਤੇ ਕਿੰਨੀਆਂ ਸੀਟਾਂ ਜਿਹੜੀਆਂ ਬੀਜੇਪੀ ਪਾਰਟੀ ਦੇ ਹਿੱਸੇ ਆ ਸਕਦੀਆਂ ਨੇ? 100 ਸੀਟਾਂ ਤੇ ਪੱਕਾ ਆਉਣਗੀਆਂ ਜੀ, ਇਸ ਤੋਂ ਵੱਧ ਵੀ ਆ ਸਕਦੀਆਂ ਵੀ। ਕਈ ਲੋਕ ਕਹਿ ਰਹੇ ਨੇ ਕਿ ਵਿਧਾਇਕ ਸਾਹਿਬ ਸੁਸ਼ੀਲ ਕੁਮਾਰ ਰਿੰਕੂ ਜੀ ਨੇ ਕੋਈ ਕੰਮ ਨਹੀਂ ਕਰਵਾਇਆ, ਇਸ ਕਥਨ ਨੂੰ ਤੁਸੀਂ ਕਿੱਦਾਂ ਸਮਝਦੇ ਹੋ? ਉਹ ਤਾਂ ਬਰਸਾਤੀ ਡੱਡੂ ਹੈ ਜੀ, ਬਰਸਾਤ ਦੇ ਦਿਨਾਂ ਵਿੱਚ ਬਾਹਰ ਨਿਕਲ ਕੇ ਆ ਗਿਆ ਹੈ। ਜੇ ਤੇ ਉਹ ਪਹਿਲੇ ਆਂਦਾ ਤਾਂ ਅਸੀਂ ਉਹਨੂੰ ਕੁਛ ਨਾ ਕਹਿੰਦੇ, ਜੇ ਇਸ ਵਾਰੀ ਉਹ ਆਇਆ ਤੇ ਮੈਂ ਤੇ ਉਹ ਕੋ ਪੁੱਛਣਾ ਚਾਹਾਂਗੀ ਕਿ ਉਹਨੇ ਪਿਛਲੀ ਵਾਰੀ ਵਾਅਦਾ ਕੀਤਾ ਕਿ ਅਸੀਂ ਘਰ ਘਰ ਨੌਕਰੀ ਦੇਵਾਂਗੇ, ਉਹਨੇ ਕਿਹੜੇ ਪਰਸਨ ਨੂੰ ਘਰ ਘਰ ਨੌਕਰੀ ਦਿੱਤੀ ਹੈ? ਬੱਚੇ ਪੜ੍ਹ ਲਿਖ ਕੇ ਖਰਾਬ ਹੋ ਰਹੇ ਵੇ, ਕੋਈ ਕੰਮ ਕਰ ਰਿਹਾ, ਕੋਈ ਕੰਮ ਕਰ ਰਿਹਾ, ਕੋਈ ਦਿਹਾੜੀ ਲਾ ਰਿਹਾ ਵੇ। ਜੇ ਉਹਨੇ ਕਿਸੇ ਪਰਸਨ ਨੂੰ ਨੌਕਰੀ ਦਿੱਤੀ ਹੈ ਤੇ ਮੈਨੂੰ ਆ ਕੇ ਦੱਸੇ। ਸਾਡੇ ਇੱਥੇ ਇੱਕ ਬਹੁਤ ਵਧੀਆ ਪਾਰਕ ਸੀ ਜੀ, ਉਹ ਬਾਊ ਜੀ ਨੇ ਬਣਵਾਈ ਸੀ, ਪਾਰਕ ਦਾ ਉਹਨੇ ਸੱਤਿਆਨਾਸ਼ ਕਰ ਦਿੱਤਾ ਹੈ। ਸ਼ਾਮ ਨੂੰ ਸਾਰੀਆਂ ਬੁੱਢੀਆਂ ਜਨਾਨੀਆਂ ਇਕੱਠੀਆਂ ਹੋ ਕੇ ਠੰਡੀ ਹਵਾ ਦਾ ਆਨੰਦ ਲੈਂਦੀਆਂ ਸੀ। ਇਸ ਟਾਈਮ ਉਹਨੇ ਪਾਰਕ ਦਾ ਕੀ ਕੀਤਾ? ਉਹਨੇ ਤੇ ਪਾਰਕ ਨੂੰ ਕਬਰਸਤਾਨ ਬਣਾ ਦਿੱਤਾ ਵੇ। ਤੁਹਾਡੇ ਹਿਸਾਬ ਦੇ ਨਾਲ ਬੀਜੇਪੀ ਪਾਰਟੀ ਕਿੰਨੀਆਂ ਸੀਟਾਂ ਲੈ ਸਕਦੀ ਹੈ? ਪਹਿਲਾਂ ਤੁਸੀਂ ਦੱਸਿਆ ਕਿ 100 ਸੀਟਾਂ ਲਵੇਗੀ। ਜੇ ਅਸੀਂ ਗੱਲ ਕਰੀਏ ਕਾਂਗਰਸ ਪਾਰਟੀ ਦੇ ਹਿੱਸੇ ਸੀਟਾਂ ਕਿੰਨੀਆਂ ਆ ਸਕਦੀਆਂ ਨੇ, ਤੇ ਬੀਜੇਪੀ ਪਾਰਟੀ ਦੇ ਇੱਕ ਵਾਰ ਦੁਬਾਰਾ ਤੋਂ ਦੱਸ ਦਿਓ ਕਿ ਤੁਹਾਡੇ ਹਿਸਾਬ ਨਾਲ 100 ਆ ਸਕਦੀਆਂ ਨੇ, ਕਾਂਗਰਸ ਪਾਰਟੀ ਨੂੰ ਕਿੰਨੀਆਂ ਮਿਲ ਸਕਦੀਆਂ ਨੇ? 100 ਤੇ ਬਈ ਬੀਜੇਪੀ ਨੂੰ ਆ ਸਕਦੀਆਂ ਤੇ 117 ਸੀਟਾਂ ਆ, ਉਹਨਾਂ ਵਿੱਚੋਂ ਮਤਲਬ ਕਿ ਥੋੜੀਆਂ ਤੇ ਸੀਟਾਂ ਆਉਣਗੀਆਂ। ਆਜ਼ਾਦ ਉਮੀਦਵਾਰ ਕੋਈ ਆਏਗਾ ਜਿਹੜਾ ਅੱਗੇ ਲੈ ਕੇ ਜਾਏਗਾ। ਨਾ ਤਾਂ ਕਾਂਗਰਸ ਨੂੰ ਕੋਈ ਸੀਟ ਮਿਲੇਗੀ ਤੇ ਨਾ ਤਾਂ ਕਿਸੇ ਝਾੜੂ ਵਾਲੇ ਨੂੰ ਕੋਈ ਸੀਟ ਮਿਲੇਗੀ। ਕਾਂਗਰਸ ਨੂੰ ਕਿੰਨੇ ਨੰਬਰ ਦੇਣਾ ਚਾਹੋਗੇ? ਜੇ ਮੈਂ ਨੰਬਰਾਂ ਦੀ ਗੱਲ ਕਰਾਂ 100 ਨੰਬਰਾਂ ਦੇ ਵਿੱਚੋਂ ਅਸੀਂ 0 ਨੰਬਰ ਦੇਣਾ ਚਾਹਾਂਗੇ ਕਿ ਕਾਂਗਰਸ ਨੂੰ, ਕਿਉਂਕਿ ਉਹਨੇ ਤਾਂ ਕੋਈ ਕੰਮ ਹੀ ਨਹੀਂ ਕੀਤਾ। ਸਾਡੇ ਬਾਊ ਮਹਿੰਦਰ ਜੀ ਆ, ਉਹਨਾਂ ਨੇ ਗਰੀਬਾਂ ਵਾਸਤੇ ਇੱਕ ਕਮਿਊਨਿਟੀ ਹਾਲ ਬਣਾਇਆ ਸੀ। ਹਰ ਕੋਈ ਇਨਸਾਨ ਉੱਥੇ ਜਾ ਕੇ ਆਪਣੀ ਧੀ ਭੈਣ ਦਾ ਵਿਆਹ ਕਰ ਸਕਦਾ ਸੀ ਬਹੁਤ ਸਸਤੇ ਵਿੱਚ। ਜੇ ਗੱਲ ਕਰੀਏ ਆਮ ਆਦਮੀ ਪਾਰਟੀ ਦੀਆਂ ਚਰਚਾਵਾਂ ਬਹੁਤ ਜ਼ੋਰਾਂ ਤੇ ਚੱਲ ਰਹੀਆਂ ਨੇ ਕਿ 1000 ਰੁਪਏ ਮਹਿਲਾਵਾਂ ਨੂੰ ਦਿੱਤਾ ਜਾਵੇਗਾ। ਕੇਜਰੀਵਾਲ ਸਰਕਾਰ ਜਿਹੜੇ ਨੇ ਉਹ ਵਾਅਦੇ ਕਰ ਰਹੀ ਹੈ, ਫਾਰਮ ਭਰਵਾ ਰਹੀ ਹੈ। ਕਿੰਨੀ ਕੁ ਸੱਚਾਈ ਦੇਖਦੇ ਹੋ ਕਿ ਤੁਹਾਨੂੰ ਲੱਗਦਾ ਹੈ ਕਿ ਜਿਹੜੇ ਵਾਅਦੇ ਪੂਰੇ ਖੜੇ ਉਤਰਨਗੇ? ਉਹਨੂੰ ਇਹ ਨਹੀਂ ਪਤਾ ਹੈਗਾ ਕਿ ਉਹ 1000 ਰੁਪਇਆ ਦੇ ਰਿਹਾ ਹੈ ਕਿ ਜਿਹੜੇ ਅੱਜ ਕੱਲ੍ਹ ਦੀ ਜਨਤਾ ਹੈ ਉਹ 1000 ਰੁਪਏ ਤੇ ਨਹੀਂ ਬੈਠੀ ਹੈਗੀ। ਜਿਹੜੀ ਅੱਜ ਕੱਲ੍ਹ ਦੀ ਜਨਤਾ ਹੈ ਉਹ ਕੋਈ ਕੰਮ ਮੰਗਦੀ ਏ, ਉਹ ਰੋਜ਼ਗਾਰ ਮੰਗਦੀ ਏ, ਉਹ ਨੌਕਰੀ ਮੰਗਦੀ ਏ, ਪੜ੍ਹਾਈ ਮੰਗਦੀ ਏ। ਬੱਚੇ ਪੜ੍ਹਾਈ ਮੰਗਦੇ ਹੈ, ਉਹ 1000 ਰੁਪਇਆ ਨਹੀਂ ਮੰਗਦੇ ਪਏ ਇਹਨਾਂ ਕੋਲ। 1000 ਰੁਪਇਆ ਤਾਂ ਉਹਨਾਂ ਨੇ ਕਮਾ ਕੇ ਵੀ ਖਾ ਲੈਣਾ ਵੇ। ਕਿੱਦਾਂ ਦੇਖਦੇ ਹੋ ਕਿ ਵਿਧਾਨ ਸਭਾ ਚੋਣਾਂ ਦੇ ਵਿੱਚ ਬੀਜੇਪੀ ਪਾਰਟੀ ਕਿੰਨੀ ਕੁ ਲੀਡ ਨਾਲ ਜਿੱਤ ਸਕਦੀ ਹੈ? ਜਿਹੜੇ ਸਾਡੇ ਬਾਊ ਮਹਿੰਦਰ ਜੀ ਉਹ ਜਲੰਧਰ ਵੈਸਟ ਤੋਂ ਬਿਲਕੁਲ ਅੱਗੇ ਜਾਣਗੇ, ਉਹਨਾਂ ਦੀ ਲੀਡ ਕੋਈ ਵੀ ਨਹੀਂ ਤੋੜ ਸਕਦਾ ਜੀ ਇਸ ਵਾਰੀ। ਇਸ ਵਾਰ ਪੱਕੀ ਮੋਹਰ ਤੁਹਾਡੀ ਫੁੱਲ ਦੇ ਨਿਸ਼ਾਨ ਉੱਤੇ ਲੱਗੇਗੀ? ਮੋਹਰ ਵੀ ਪੱਕੀ ਤੇ ਲੀਡ ਵੀ ਨਹੀਂ ਟੁੱਟੇਗੀ ਤੇ ਜਿੱਤ ਕੇ ਹੀ ਜਾਣਗੇ। ਸੋ ਅੱਜ ਅਸੀਂ ਮੌਜੂਦ ਸੀ ਜਲੰਧਰ ਵੈਸਟ ਦੇ ਏਰੀਏ ਦੇ ਵਿੱਚ ਤੇ ਲੋਕਾਂ ਕੋਲੋਂ ਪੁੱਛ ਰਹੇ ਸੀ ਕਿ ਉਹ ਕਿਹੜੀ ਪਾਰਟੀ ਨੂੰ ਵੋਟ ਪਾਉਣਾ ਪਸੰਦ ਕਰਦੇ ਨੇ। ਤੁਹਾਨੂੰ ਦੱਸ ਦਈਏ ਜਲੰਧਰ ਵੈਸਟ ਤੋਂ 4 ਕੈਂਡੀਡੇਟ ਜਿਹੜੇ ਉਮੀਦਵਾਰ ਨੇ ਇਸ ਵਿਧਾਨ ਸਭਾ ਚੋਣਾਂ ਲੜ ਰਹੇ ਨੇ, ਜਿਨ੍ਹਾਂ ਦੇ ਵਿੱਚ ਸ਼ੀਤਲ ਉਂਗਰਾਲ ਜੀ ਆਮ ਆਦਮੀ ਪਾਰਟੀ ਵੱਲੋਂ, ਸੁਸ਼ੀਲ ਰਿੰਕੂ ਜੀ ਕਾਂਗਰਸ ਪਾਰਟੀ ਵੱਲੋਂ। ਜੇ ਗੱਲ ਕਰੀਏ ਬੀਜੇਪੀ ਪਾਰਟੀ ਦੀ, ਉਹ ਆਪਣੇ ਮਹਿੰਦਰ ਭਗਤ ਜੀ ਨੇ। ਸੋ ਜੇ ਮੈਂ ਗੱਲ ਕਰਾਂ ਅਕਾਲੀ ਦਲ ਤੇ ਬਸਪਾ ਗੱਠਜੋੜ ਦੀ, ਉੱਥੋਂ ਅਨਿਲ ਮੀਨੀਆ ਜੀ ਦਾਅਵੇਦਾਰ ਨੇ। ਸੋ ਜੇ ਗੱਲ ਕਰੀਏ ਜਲੰਧਰ ਵੈਸਟ ਦੀ, ਜਲੰਧਰ ਵੈਸਟ ਦੇ ਲੋਕੀ ਇਹ ਕਹਿ ਰਹੇ ਸਨ ਕਿ ਅਸੀਂ 2017 ਦੇ ਵਿੱਚ ਚਾਹੇ ਇਲੈਕਸ਼ਨ ਜੋ ਸੀ ਮਹਿੰਦਰ ਭਗਤ ਜੀ ਹਾਰ ਗਏ ਸਨ, ਲੇਕਿਨ ਉਸ ਤੋਂ ਬਾਅਦ ਵੀ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਉਹ ਸ਼ਰੀਕ ਹੁੰਦੇ ਦਿਖਾਈ ਦੇ ਰਹੇ ਸਨ। ਜਲੰਧਰ ਵੈਸਟ ਦੇ ਲੋਕਾਂ ਦੀ ਪੁਕਾਰ ਇਹ ਸੀ ਕਿ ਇਸ ਵਾਰ ਅਸੀਂ ਮਹਿੰਦਰ ਭਗਤ ਜੀ ਨੂੰ ਵੋਟ ਪਾਉਣਾ ਪਸੰਦ ਕਰਾਂਗੇ। ਸੋ ਜਗ੍ਹਾ ਜਗ੍ਹਾ ਤੇ ਅਸੀਂ ਇਹੀ ਦਾਅਵਾ ਕਰ ਰਹੇ ਹਾਂ ਕਿ ਜਗ੍ਹਾ ਜਗ੍ਹਾ ਤੇ ਲੋਕੀ ਇਹੀ ਕਹਿ ਰਹੇ ਸੀ ਕਿ ਮਹਿੰਦਰ ਭਗਤ ਜੀ ਇਸ ਵਾਰ ਵਿਧਾਇਕ ਬਣਨਗੇ। ਹੁਣ ਮੈਨੂੰ ਦਿਓ ਇਜਾਜ਼ਤ ਮੇਰੇ ਕੈਮਰਾਮੈਨ ਵਰੁਣ ਅਰੋੜਾ ਜੀ ਦੇ ਨਾਲ, ਤੇ ਬਣੇ ਰਹੋ ਸਾਡੇ ਚੈਨਲ ਬ੍ਰੇਕਿੰਗ ਨਿਊਜ਼ 18 ਲਾਈਵ ਦੇ ਨਾਲ।